हाँ जी स्टूडेंट्स वेलकम करते हैं ਤੁਹਾਡਾ ਟੂਰ ਸਟੱਡੀ ਕਲਾਸ यूट्यूब ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪਾਰਟ ਨੰਬਰ 2 ਵੀਡੀਓ ਲੈ ਕੇ ਆਏ ਆ BA ਸਮੈਸਟਰ ਪੰਜਾਬੀ ਲਾਜ਼ਮੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟੂਡੈਂਟਸ ਦੇ ਲਈ। ਠੀਕ ਹੈ, ਇਸ ਦੇ ਵਿੱਚ ਆਪਾਂ ਰਹਿੰਦੀ ਜਿਹੜੀ ਪ੍ਰਸੰਗ ਸਾਹਿਤ ਵਿਆਖਿਆ ਬਾਕੀ ਰਾਈਟਰਸ ਦੀ ਕਰਾਂਗੇ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਰਾਈਟਰਸ ਤੁਹਾਡੇ ਸਿਲੇਬਸ ਦੇ ਵਿੱਚ 10 ਨੇ। ਤੁਸੀਂ ਜਾਂ ਤਾਂ ਫਸਟ 5 ਦੇ ਜਿਹੜੇ ਕਿ ਵਿਆਖਿਆ ਪ੍ਰਸੰਗ ਸਾਹਿਤ ਵਿਆਖਿਆ ਇੱਕ ਵਾਰ ਸੁਣ ਵੀ ਲਓਗੇ ਨਾ ਤਾਂ ਵੀ ਤੁਹਾਨੂੰ ਯਾਦ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਸੁਣੀ ਹੋਈ ਵੀ ਬਹੁਤ ਯਾਦ ਰਹਿ ਜਾਂਦੀ ਹੁੰਦੀ ਹੈ। ठीक है, तो ਹੁਣ ਆਪਾਂ ਜਿਹੜੇ ਕਿ ਮੈਂ ਤੁਹਾਨੂੰ ਕਿਹਾ ਸੀ ਵੀ ਜਾਂ ਤਾਂ ਅਗਲੇ ਰਾਈਟਰ ਕਰ ਲਓ ਜਾਂ ਪਿਛਲੇ ਰਾਈਟਰ ਕਰ ਲਓ। ਹੁਣ 6 ਤੋਂ ਲੈ ਕੇ 10 ਨੰਬਰ ਤੱਕ ਜਿਹੜੇ ਬੱਚਿਆਂ ਨੂੰ ਇਹ ਵਾਲੇ ਰਾਈਟਰਸ ਈਜ਼ੀ ਲੱਗਦੇ ਨੇ ਆਪਾਂ ਉਹ ਕਰਾਂਗੇ। ਤੋਂ ਪਹਿਲਾਂ ਵਾਲੇ ਅਗਰ ਤੁਸੀਂ ਪਹਿਲਾਂ ਵਾਲੇ ਰਾਈਟਰਸ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਵਾਲੇ ਵੀਡੀਓ ਅਪਲੋਡ ਕਰ ਦਿੱਤੀ ਗਈ ਹੈ। ਹਾਂਜੀ, ਤੇ ਇਸ ਤੋਂ ਇਲਾਵਾ ਤੁਹਾਡਾ ਬਾਕੀ ਦਾ ਸਾਰਾ ਸਿਲੇਬਸ ਆਪਾਂ ਨੇ ਅਪਲੋਡ ਹੋ ਗਿਆ, ਸਭ ਕੁਝ ਪੰਜਾਬੀ ਦਾ, ਜਿਹੜੇ ਕਿ ਜਿਹੜੇ ਕਵਿਤਾਵਾਂ ਦੇ ਸਾਰ, ਠੀਕ ਹੈ, ਸਾਰ ਭਾਵ ਕਿ ਕੇਂਦਰੀ ਭਾਵ ਉਹ ਵੀ ਅਪਲੋਡ ਹੋ ਗਏ, ਤੇ ਗ੍ਰਾਮਰ ਪਾਰਟ ਵੀ ਤੁਹਾਡਾ ਅਪਲੋਡ ਹੋ ਚੁੱਕਿਆ। ਹਾਂਜੀ ਹਾਂਜੀ, ਬਾਵਾ ਬਲਵੰਤ ਦੀ ਜਿਹੜੀ ਕਿ ਕਵਿਤਾ ਇਸ ਦੇ ਵਿੱਚ ਹੈ ਜਵਾਨਾ। ਠੀਕ ਹੈ, ਲਤਾੜ ਅੰਬਰਾਂ, ਅੰਬਰਾਂ ਹੋ ਗਿਆ ਆਕਾਸ਼ਾਂ। ਠੀਕ ਹੈ, ਅੰਬਰਾਂ ਨੂੰ ਬਹਾਦਰ ਜਵਾਨਾ, ਬਦਲ ਸਿਲਸਿਲਾ ਇਹ ਨਵਾਂ ਤੇ ਪੁਰਾਣਾ। ਸਿਲਸਿਲਾ ਕੀ ਹੋ ਗਿਆ? ਪ੍ਰਬੰਧ। ਠੀਕ ਹੈ, ਇਸ ਦੇ ਵਿੱਚ ਪਹਿਲਾ ਪ੍ਰਸੰਗ 'ਚ ਲਿਖੂੰਗੀ ਕਿ ਇਹ ਕਾਵ ਟੋਟਾ ਕਾਵ ਸਮੇਲ ਪੁਸਤਕ ਦੇ ਵਿੱਚ ਦਰਜ ਬਾਵਾ ਬਲਵੰਤ ਦੀ ਲਿਖੀ ਹੋਈ ਕਵਿਤਾ ਜਵਾਨਾਂ ਦੇ ਵਿੱਚੋਂ ਲਿਆ ਗਿਆ। ਇਸ ਕਵਿਤਾ ਵਿੱਚ ਕਵੀ ਨੇ ਜਿਹੜੇ ਕਿ ਨੌਜਵਾਨ ਨੂੰ ਕਿਰਿਆਸ਼ੀਲ ਹੋ ਕੇ ਜ਼ਮਾਨੇ ਦੇ ਵਿੱਚ ਪਰਿਵਰਤਨ ਲਿਆਉਣ ਦੇ ਲਈ ਹੱਲਾਸ਼ੇਰੀ ਦੇ ਰਹੇ ਆ। ਤਾਂ ਇਸ ਦੇ ਵਿੱਚ ਜਿਹੜੇ ਕਿ ਕਵੀ ਕਹਿ ਰਿਹਾ ਕਿ ਇਹ ਬਹਾਦਰ ਜਵਾਨ, ਲਤਾੜ ਅੰਬਰਾਂ ਨੂੰ ਬਹਾਦਰ ਜਵਾਨਾ, ਬਦਲ ਸਿਲਸਿਲਾ ਇਹ ਨਵਾਂ ਤੇ ਪੁਰਾਣਾ। ਤਾਂ ਕਹਿ ਰਿਹਾ ਕਿ ਤੂੰ ਆਕਾਸ਼ਾਂ ਨੂੰ ਲਤਾੜ ਕੇ ਰੱਖ ਦੇ ਤੇ ਇਹ ਨਵਾਂ ਤੇ ਪੁਰਾਣਾ ਜਿਹੜਾ ਪ੍ਰਬੰਧ ਚੱਲ ਰਿਹਾ ਇਹਨੂੰ ਬਦਲ ਦੇ। ਬਦਲ ਦੇ ਜ਼ਮੀਨਾਂ ਉਲਟ ਦੀਪ ਅੰਬਰ, ਦੀਪ ਕੀ ਹੋ ਗਿਆ? ਮਹਾਦੀਪ। ਠੀਕ ਹੈ, ਤੇਰੇ ਸਾਹਮਣੇ ਕੀ ਸੁਨਹਿਰੀ ਅਡੰਬਰ, ਅਡੰਬਰ ਕੀ ਹੋ ਗਿਆ? ਪਖੰਡ ਦਿਖਾਵਾ। ਕਹਿੰਦਾ ਤੂੰ ਜ਼ਮੀਨਾਂ ਨੂੰ ਬਦਲ ਦੇ, ਦੀਪਾਂ ਤੇ ਆਕਾਸ਼ਾਂ ਨੂੰ ਉਲਟਾ ਦੇ, ਤੇਰੇ ਸਾਹਮਣੇ ਇਹ ਸੁਨਹਿਰੀ ਪਸਾਰੇ ਕੀ ਹਨ। ਠੀਕ ਹੈ, ਤਰਸਦੇ ਨੇ ਪੈਰਾਂ ਨੂੰ ਤੇਰੇ ਸਿਤਾਰੇ, ਮਹਾਂ ਸੁਨ ਤਾਈ ਚ ਗੁੰਮ ਸ਼ੁਮ ਨਜ਼ਾਰੇ। ਮਹਾਂ ਸੁਨ ਤਾਈ ਕੀ ਹੋ ਗਿਆ? ਸੁਨਸਾਨ। ਠੀਕ ਹੈ, ਸੁਨਸਾਨ। ਪਹਾੜਾਂ ਤੋਂ ਖਾਕ ਹਵਾਵਾਂ ਗੁੱਜਰ ਜਾ, ਸਫਰ ਸ਼ੌਂਕ ਨੂੰ ਦੇ ਦੇ ਦਵਾਵਾਂ ਗੁਜ਼ਰ ਜਾ। ਦਵਾਵਾਂ ਕੀ ਹੋ ਗਿਆ? ਦੁਆਵਾਂ। ਠੀਕ ਹੈ, ਬਲੈਸਿੰਗਸ। ਤਾਂ ਕਵੀ ਕਹਿ ਰਿਹਾ ਹੈ ਕਿ ਸਿਤਾਰੇ ਤੇ ਪਲਾੜਾਂ ਦੀ ਅਥਾਹ ਸੁਣਤਾਈ ਦੇ ਵਿੱਚ ਗੁੰਮਸੁੰਮ ਪਏ ਨਜ਼ਾਰੇ ਤੇਰੇ ਪੈਰਾਂ ਦੀ ਸ਼ੋਹ ਲਈ ਤਰਸ ਰਹੇ ਨੇ। ਠੀਕ ਹੈ, ਤੂੰ ਪਹਾੜਾਂ ਤੋਂ ਹਵਾਵਾਂ ਖਾਂਦਾ ਹੋਇਆ ਗੁਜ਼ਰ ਜਾ ਤੇ ਸਫ਼ਰ ਦੇ ਸ਼ੌਂਕ ਨੂੰ ਦਵਾਵਾ ਦਿੰਦਾ ਹੋਇਆ ਲੰਘ ਜਾ। ਨਜ਼ਰ ਨਾਲ ਹੁਸਨਾਂ ਦੇ ਸਾਗਰ ਨੂੰ ਪੀ ਜਾ, ਜਵਾਨੀ ਦੇ ਪਾਂਦੀ ਕੋਈ ਦਿਨ ਦਾ ਤਾਂ ਜੀ ਜਾ। ਠੀਕ ਹੈ, ਇਹ ਇੱਕੋ ਨਜ਼ਰ ਨਾਲ ਹਸਨਾਂ ਦੇ ਸਾਗਰ ਨੂੰ ਪੀ ਜਾ ਤੇ ਇਹ ਜਵਾਨੀ ਦੇ ਪਾਂਦੀ ਤੂੰ ਕੁਝ ਦਿਨ ਤੱਕ ਕਿਰਿਆਸ਼ੀਲ ਨਾਲ ਜੀ। ਠੀਕ ਹੈ, ਤੇ ਇਹਦੇ ਵਿੱਚ ਤੇ ਪ੍ਰਸੰਗ ਸਾਹਿਤ ਵਿਆਖਿਆ ਦੇ ਵਿੱਚ ਸਟੂਡੈਂਟਸ ਤੁਸੀਂ ਜਿਹੜੇ ਕਿ ਲਾਈਨਸ ਹੁੰਦੀਆਂ ਨੇ ਇਹਨਾਂ ਨੂੰ ਆਪਣੀ ਵਰਡਿੰਗ ਦੇ ਵਿੱਚ ਲਿਖਣਾ ਹੁੰਦਾ ਕਿ ਇਹਨਾਂ ਦਾ ਕੀ ਭਾਵ ਨਿਕਲ ਰਿਹਾ। ਹਾਂਜੀ, ਅਗਲਾ ਦੇਖਦੇ ਹਾਂ। ਮਸੰਦਾਂ ਦੇ ਤਾਜਾਂ ਦੀ ਮਿੱਟੀ ਉਡਾ ਦੇ, ਜਗ੍ਹਾ ਦੇ ਹਿਮਾਲਾਂ ਦੀ ਸਰਦੀ ਜਗਾ ਦੇ। ਤਾਂ ਇਹਦੇ ਵਿੱਚ ਜਿਹੜੇ ਕਿ ਮਸੰਦਾ ਕੀ ਹੋ ਗਿਆ? ਲੁਟੇਰਿਆਂ। ਠੀਕ ਹੈ, ਲੁਟੇਰਿਆਂ। ਤਾਂ ਕਵੀ ਕਹਿੰਦਾ ਕਿ ਇਹ ਜਵਾਨਾਂ ਤੂੰ ਗੱਦੀਆਂ ਤੇ ਬੈਠੇ ਜਿਹੜੇ ਮਸੰਦ ਨੇ ਤੇ ਤਾਜਾਂ ਦੀ ਮਿੱਟੀ ਨੂੰ ਉਡਾ ਦੇ ਤੇ ਹਿਮਾਲਾ ਦੀ ਜਿਹੜੀ ਸਰਦੀ ਹੈ ਉਹਨੂੰ ਗਰਮ ਕਰ ਦੇ, ਭਾਵ ਕਿ ਜਗਾ ਦੇ। ਠੀਕ ਹੈ, ਨਿਕਲ ਨੀਲ ਰਾਵੀ ਦੇ ਦਜਲਾ ਨਿਕਲ ਜਾ, ਤੂੰ ਲਾਲੀ ਸਫੇਦੀ ਤੇ ਕਜਲਾ ਨਿਕਲ ਜਾ। ਹਾਂਜੀ, ਦਜਲੇ ਦਾ ਇਹਦੇ ਵਿੱਚ ਅਰਥ ਕੀ ਹੈ? ਦਜਲੇ ਦਾ ਅਰਥ ਹੈ ਦਜਲਾ ਇਰਾਕ ਦੀ ਇੱਕ ਨਦੀ ਦਾ ਨਾਂ ਹੈ ਤੇ ਕਜਲਾ ਕਾਲਖ। ਠੀਕ ਹੈ, ਸਮੇਂ ਦੀ ਮਿੱਟੀ ਦੇ ਨਵੀਂ ਹੁਸ਼ਿਆਰੀ, ਤੂੰ ਤਹਿ ਤੇਗ ਕਰਕੇ ਇਹ ਸਰਮਾਇਆਦਾਰੀ। ਤਹਿ ਤੇਗ ਕੀ? ਤਲਵਾਰ ਦੇ ਜ਼ੋਰ ਦੇ ਨਾਲ ਖਤਮ ਕਰਨਾ। ਕਿਸਾਨਾਂ ਦੀ ਝੁੱਗੀਆਂ ਵਕਤ ਕਰਦੇ, ਤੂੰ ਅਰਸ਼ਾਂ ਦੀ ਬਿਜਲੀ ਹਥੌੜੇ ਚ ਭਰ ਦੇ, ਤੇਰੀ ਜ਼ਿੰਦਗਾਨੀ ਤੇਰੇ ਝੀਲਾਂ ਝਰਨੇ ਤੇਰੇ ਸਾਹਮਣੇ ਤੁਪਕੇ ਬਣੇ ਤਾਜਵਾਰ ਨੇ। ਤਾਜਵਾਰ ਕੀ ਹੋ ਗਿਆ? ਬਾਦਸ਼ਾਹ ਮਾਲਕ। ਤਾਂ ਕਵੀ ਕਹਿ ਰਿਹਾ ਕਿ ਤੂੰ ਨੀਲ, ਠੀਕ ਹੈ, ਨੀਲ ਰਾਵੀ ਤੇ ਦਜਲਾ ਆਦਿ ਦਰਿਆਵਾਂ ਨੂੰ ਜਿਹੜੇ ਕਿ ਪਾਰ ਕਰਕੇ ਲਾਲੀਆਂ ਸਫੇਦੀਆਂ ਤੇ ਕਾਲਖਾਂ ਨੂੰ ਪਾਰ ਕਰਦਾ ਹੋਇਆ ਅੱਗੇ ਵੱਧ। ਠੀਕ ਹੈ, ਤੂੰ ਸਮੇਂ ਦੀ ਵਰਤਮਾਨ ਚਾਲ ਨੂੰ ਸਮਝਣ ਖਤਮ ਕਰਨ ਦੇ ਲਈ ਸਰਮਾਏਦਾਰੀ ਨੂੰ ਤਲਵਾਰ ਦੇ ਜ਼ੋਰ ਦੇ ਨਾਲ ਖਤਮ ਕਰ ਦੇ। ਤੂੰ ਕਿਸਾਨਾਂ ਦੇ ਜਿਹੜੇ ਝੁੱਗੀਆਂ ਨੂੰ ਉਹਨਾਂ ਨੂੰ ਸਮੇਂ ਦੀ ਚਾਲਕ ਬਣਾ ਦੇ ਤੇ ਅਰਸ਼ਾਂ ਦੀ ਬਿਜਲੀ ਨੂੰ ਮਜ਼ਦੂਰਾਂ ਦੇ ਹਥੌੜੇ ਦੇ ਵਿੱਚ ਭਰ ਦੇ। ਹੇ ਜਵਾਨ, ਜ਼ਿੰਦਗੀ ਤੇਰੇ ਹੱਥ ਦੇ ਵਿੱਚ ਹੈ, ਝੀਲਾਂ ਝਰਨੇ ਸਭ ਤੇਰੇ ਆਪਣੇ ਨੇ, ਤੇਰੀ ਮਿਹਨਤ ਦੇ ਤੁਪਕੇ ਸਾਂਭ ਕੇ ਬਾਦਸ਼ਾਹ ਤਾਜਾਂ ਦੇ ਮਾਲਕ ਬਣੇ ਨੇ, ਅਰਥਾਤ ਬਾਦਸ਼ਾਹ ਵੀ ਤੇਰੀ ਮਿਹਨਤ ਦੇ ਹੀ ਸਾਜੇ ਹੋਏ ਨੇ। ਅਗਲਾ ਹੈ ਅਮਲ ਹੀ ਅਮਲ ਹੈ ਹਕੀਕਤ ਸੱਚਾਈ, ਅਮਲ ਹੀ ਤੋਂ ਪੈਂਦਾ ਹੈ ਸਾਰੀ ਖੁਦਾਈ। ਹਕੀਕਤ ਕੀ ਹੈ? ਸੱਚ। ਠੀਕ ਹੈ, ਖੁਦਾਈ ਹੋ ਗਈ ਸ੍ਰਿਸ਼ਟੀ।
ਇਹ ਹਵਾ ਇਸ ਦੀ ਤੋਰੇ ਜਹਾਜ਼ ਆਦਮੀ ਦਾ। ਇਹ ਮੰਪਾ ਹੈ ਨੂਰੀ ਮਹਾ ਰੋਸ਼ਨੀ ਦਾ, ਘੜੀ ਕੋਈ ਖਾਲੀ ਨਾ ਜਾਏ ਕਰਮਾਂ ਤੋਂ। ਠੀਕ ਹੈ, ਕਰਮ ਕੀ ਹੋ ਗਿਆ? ਅਮਲ। ਠੀਕ ਹੈ, ਕੰਮ। ਤੇ ਆਵਾਜ਼ ਆ ਰਹੀ ਹੈ ਕਿਸੇ ਦੀ ਹਵਾ ਚੋਂ, ਨਹੀਂ ਮੌਤ ਨੇ ਜਦ ਇੱਕ ਪਲ ਵੀ ਦੇਣਾ ਤਾਂ ਇੱਕ ਪਲ ਵੀ ਆਪਣਾ ਹੈ ਕਿਉਂ ਮੌਤ ਕਰਨਾ। ਤਾਂ ਕਵੀ ਕਹਿ ਰਿਹਾ ਕਿ ਇਹ ਜਵਾਨ, ਜ਼ਿੰਦਗੀ ਵਿੱਚ ਤੈਨੂੰ ਹਮੇਸ਼ਾ ਕਿਰਿਆਸ਼ੀਲ ਰਹਿਣਾ ਚਾਹੀਦਾ। ਠੀਕ ਹੈ, ਕਿਰਿਆਸ਼ੀਲ ਰਹਿਣਾ ਚਾਹੀਦਾ। ਤੈਨੂੰ ਪਤਾ ਹੋਣਾ ਚਾਹੀਦਾ ਕਿ ਮਨੁੱਖ ਦਾ ਅਮਲ, ਠੀਕ ਹੈ, ਕੰਮ ਕੀ ਆ, ਕੰਮ ਹੀ ਜਿਹੜੀ ਕਿ ਉਹਦੀ ਹਕੀਕਤ ਹੈ, ਸੱਚਾਈ ਹੈ। ਕੰਮ ਤੋਂ ਹੀ ਸਾਰੀ ਦੁਨੀਆ ਪੈਦਾ ਹੋਈ ਹੈ, ਅਮਲ ਤੋਂ ਹੀ ਸਾਰੀ ਦੁਨੀਆ ਪੈਦਾ ਹੋਈ ਹੈ, ਭਾਵ ਕਿ ਕੰਮ ਤੋਂ ਹੀ ਜਿਹੜੀ ਕਿ ਸਾਰੀ ਦੁਨੀਆ ਪੈਦਾ ਹੋਈ ਹੈ, ਕਰਮ ਤੋਂ ਹੀ। ਤੇ ਅਮਲ ਦੀ ਹਵਾ ਹੀ ਆਦਮੀ ਦੇ ਜੀਵਨ ਦਾ ਜਿਹੜੀ ਕਿ ਜਹਾਜ਼ ਨੂੰ ਤੋਰਦੀ ਹੈ, ਤੇ ਅਮਲ ਤਾਂ ਮਹਾ ਰੋਸ਼ਨੀ ਦਾ ਸੁੰਮ ਹੈ। ਹੇ ਜਵਾਨ ਸੁਣ, ਕਿਸੇ ਦੀ ਆਵਾਜ਼ ਹਵਾ ਦੇ ਵਿੱਚੋਂ ਆ ਰਹੀ ਹੈ ਤਾਂ ਕੋਈ ਵੀ ਘੜੀ ਅਮਲ ਤੋਂ ਖਾਲੀ ਨਹੀਂ ਜਾਣੀ ਚਾਹੀਦੀ। ਨਹੀਂ ਮੌਤ ਨੇ ਜਦ ਕਿ ਇੱਕ ਪਲ ਵੀ ਦੇਣਾ। ਤਾਂ ਕਵੀ ਕਹਿ ਰਿਹਾ ਹੈ ਕਿ ਜਦੋਂ ਸਾਨੂੰ ਮੌਤ ਨੇ ਠਹਿਰਨ ਲਈ ਇੱਕ ਪਲ ਵੀ ਨਹੀਂ ਦੇਣਾ ਤਾਂ ਅਸੀਂ ਆਪਣਾ ਇੱਕ ਪਲ ਵੀ ਕਿਉਂ ਮੌਤ ਦੇ ਹਵਾਲੇ ਕਰੀਏ। ਅਰਥਾਤ ਸਾਨੂੰ ਆਪਣਾ ਇੱਕ ਪਲ ਵੀ ਅਮਲ ਤੋਂ ਜਿਹੜੇ ਕਿ ਖਾਲੀ ਨਹੀਂ ਜਾਣ ਦੇਣਾ ਚਾਹੀਦਾ। ਅੱਗੇ ਇਹਨਾਂ 'ਚੋਂ ਕੁਐਸਚਨ ਜਿਵੇਂ, ਠੀਕ ਹੈ, ਪਰਿਵਰਤਨ ਕਰਾਉਣ ਲਈ ਕੀ ਕਰਨ ਲਈ ਕਹਿੰਦਾ। ਠੀਕ ਹੈ, ਇਹ ਤੁਸੀਂ ਆਪਾਂ ਨੂੰ ਹੁਣ ਇਹਦੇ ਵਿੱਚ ਪ੍ਰਸੰਗ ਸਾਹਿਤ ਵਿਆਖਿਆ ਦੇ ਵਿੱਚ ਸਾਰੇ ਕੁਐਸਚਨ ਹੋਏਗੇ। ਜਵਾਨਾ ਕਵਿਤਾ ਕਿਸ ਦੀ ਆ? ਬਾਬਾ ਬਲਵੰਤ ਦੀ ਹੈ। ਅੱਗੇ ਸ਼ਿਵਨਾਚ ਕਵਿਤਾ ਕਿਸ ਦੀ ਹੈ? ਠੀਕ ਹੈ, ਇਹ ਵੀ ਬਾਬਾ ਬਲਵੰਤ ਦੀ ਹੈ। ਸ਼ਾਰਟ ਕੁਐਸਚਨ ਤੁਸੀਂ ਸਭ ਦੇ ਕਵਰ ਕਰਨੇ। ਤੇ ਜਿਹੜੇ ਤੁਸੀਂ ਪ੍ਰਸੰਗ ਸਾਹਿਤ ਵਿਆਖਿਆ ਦੇ ਵਿੱਚ ਜਿਹੜੇ ਤੁਹਾਨੂੰ ਮੈਂ ਹਰ ਕਵਿਤਾ ਦਾ ਜਿਹੜੇ ਕਿ ਸਾਰ ਤੇ ਕੇਂਦਰੀ ਭਾਵ ਕਰਵਾਏ ਸੀ, ਤੁਸੀਂ ਉਹ ਵੀ ਉਹਦੇ ਵਿੱਚ ਐਡ ਕਰ ਸਕਦੇ ਹੋ ਪ੍ਰਸੰਗ ਸਾਹਿਤ ਵਿਆਖਿਆ ਦੇ ਵਿੱਚ। ਠੀਕ ਹੈ, ਜਿਵੇਂ ਇੰਗਲਿਸ਼ ਦੇ ਵਿੱਚ ਮੈਂ ਤੁਹਾਨੂੰ ਕਰਵਾਇਆ ਸੀ ਕਿ ਤੁਸੀਂ ਕੁਐਸਚਨ ਐਡ ਕਰ ਸਕਦੇ ਹੋ। ਸ਼ਿਵਨਾਚ ਵਿੱਚ ਸਾਰਾ ਬ੍ਰਹਿਮੰਡ ਸ਼ਾਮਲ ਹੋਇਆ ਜਾਪਦਾ। ਤਾਂ ਧਰਤੀ, ਆਕਾਸ਼, ਪਤਾਲ, ਸੂਰਜ, ਚੰਦ, ਤਾਰੇ, ਹਵਾ, ਸਮੁੰਦਰ, ਊਸ਼ਾ, ਰਾਤ, ਸਮਾਂ, ਗੱਲ ਕੀ ਹਰ ਚੀਜ਼ ਉਸ ਦੇ ਵਿੱਚ ਸ਼ਾਮਲ ਹੋਈ ਹੋਈ ਹੈ। ਠੀਕ ਹੈ, ਕਿਹੜੇ ਕਿਹੜੇ ਸਾਜ਼ਾਂ ਦਾ? ਨੌਬਤ, ਮੁਰਾਲੀ, ਹਾਲਾ, ਸ਼ੈਨੇ, ਮਿਰਗੰਧ, ਸਤਾਰ, ਘੁੰਗਰੂ, ਤੁਰਮ, ਖੜਤਾਲਾਂ, ਡਮਰੂ ਤੇ ਨਰਸਿੰਗੇ। ਤੇ ਕਿਸ ਦੀ ਹੈ ਇਹ? ਬਾਬਾ ਬਲਵੰਤ ਦੀ। ਤਰੱਕੀ ਕਵਿਤਾ ਬਾਬਾ ਬਲਵੰਤ ਦੀ ਵੀ। ਹਾਂਜੀ, ਜਿਵੇਂ ਤਰੱਕੀ ਕਵਿਤਾ ਦੇ ਵਿੱਚ ਕੁਐਸਚਨ ਕੇਂਦਰੀ ਭਾਵ। ਠੀਕ ਹੈ, ਤੇ ਅਗਰ ਤੁਹਾਨੂੰ ਇਹਨਾਂ ਦੇ ਵਿੱਚ ਵਿਆਖਿਆ ਆਉਂਦੀ ਤੁਸੀਂ ਇਹੀ ਇਹਨਾਂ ਵਿੱਚ ਐਡ ਕਰ ਸਕਦੇ ਹੋ। ਵਰਤਮਾਨ ਵਿਗਿਆਨਿਕ ਤਰੱਕੀ ਦੇ ਯੁੱਗ ਦੇ ਵਿੱਚ ਇਨਸਾਨੀ ਕਦਰਾਂ ਕੀਮਤਾਂ ਤੇ ਚਰਿੱਤਰ ਦੀ ਕੋਈ ਤਰੱਕੀ ਨਹੀਂ ਹੋਈ, ਕਿਉਂਕਿ ਇਸ ਯੁੱਗ ਦੇ ਵਿੱਚ ਲੁਟੇਰੇ ਤੇ ਕਾਤਲ ਆਪਣੇ ਰੂਪ ਬਦਲ ਕੇ ਆ ਗਏ ਨੇ, ਤੇ ਜਿਸ ਕਰਕੇ ਅਜੇ ਵੀ ਦੁਨੀਆ ਦੇ ਵਿੱਚ ਨੀਚਤਾ, ਚਲਾਕੀ, ਭੁੱਖ, ਨੰਗ ਤੇ ਪੁਆੜੇ ਸ਼ਾਮਲ ਨੇ। ਤੇ ਅਗਲੇ ਹੋਰ ਕੁਐਸਚਨ ਨੇ, ਅੱਜ ਕੱਲ੍ਹ ਦੇ ਲੁਟੇਰੇ ਕਿਸ ਕਿਸਮ ਦੇ ਨੇ। ਠੀਕ ਹੈ, ਕਵੀ ਕਹਿੰਦਾ ਕਿ ਅੱਜ ਕੱਲ੍ਹ ਦੇ ਲੁਟੇਰਿਆਂ ਨੇ ਆਪਣੇ ਪੁਰਾਣੇ ਲਿਬਾਸ ਆ ਜਿਹੜੇ ਕਿ ਲਾ ਕੇ ਨਵੇਂ ਪਾ ਲਏ ਨੇ, ਭਾਵ ਕਿ ਆਪਣੇ ਰੂਪ ਨੂੰ ਬਦਲ ਲਿਆ, ਤੇ ਇਹ ਆਪਣੇ ਕੋਲ ਕਲਮ ਦੀ ਸ਼ਕਲ ਦੇ ਵਿੱਚ ਤਲਵਾਰ ਰੱਖਦੇ ਨੇ, ਤੇ ਇਹ ਥਾਂ ਥਾਂ ਲੁੱਟਾਂ ਕਰਦੇ ਨੇ, ਤੇ ਇਸ ਮਕਸਦ ਲਈ ਦਿਨ ਰਾਤ ਕੋਈ ਨਾ ਕੋਈ ਜਿਹੜੀ ਕਿ ਕਤਲ ਕਰਦੇ ਨੇ। ਰੋਸ਼ਨੀ ਬਾਰੇ ਕਵੀ ਕੀ ਕਹਿੰਦਾ? ਨਵੇਂ ਵਿਗਿਆਨ ਦੀ ਰੋਸ਼ਨੀ ਨਿਰੀ ਬਰਬਾਦੀ ਸਿੱਧ ਹੋਈ ਹੈ। ਕਵੀ ਅਨੁਸਾਰ ਇਸ ਤਰੱਕੀ ਦੇ ਯੁੱਗ ਵਿੱਚ ਕਿਹੜੇ ਕਿਹੜੇ ਚੀਜ਼ਾਂ ਉਸੇ ਤਰ੍ਹਾਂ ਨੇ? ਅਗਿਆਨਤਾ, ਲੁੱਟਾਂ, ਬੇਗੁਨਾਹਾਂ ਦੇ ਕਤਲ, ਫਰੇਬ, ਹਥਿਆਰਾਂ ਦੀ ਦਹਿਸ਼ਤ, ਜ਼ੁਲਮ, ਗੁਲਾਮੀ ਦੀ ਲਾਹਨਤ, ਗਮ, ਚਲਾਕੀ, ਨੀਚਤਾ, ਇਨਸਾਨੀਅਤਹੀਨ ਗੱਲਾਂ ਉਸੇ ਤਰ੍ਹਾਂ ਨੇ, ਇਹ ਨਹੀਂ ਬਦਲੀਆਂ। ਤਰੱਕੀ ਕਵਿਤਾ ਦੀ ਸੁਰ ਕਿਹੋ ਜਿਹੀ ਆ? ਵਿਅੰਗਾਤਮਕ। ਤਰੱਕੀ ਕਵਿਤਾ ਦਾ ਲੇਖਕ ਕੌਣ ਆ? ਬਾਬਾ ਬਲਵੰਤ। ਅੱਗੇ ਦੁਨੀਆ ਕਵਿਤਾ। ਇਸ ਕਵਿਤਾ ਦੇ ਵਿੱਚ ਇਹ ਪਹਿਚਾਣ ਕਿ ਇਹਦੇ ਵਿੱਚ ਦੁਨੀਆ ਵਰਡ ਹੈਗਾ। ਠੀਕ ਹੈ, ਬਾਕੀ ਇਹਦੇ ਆਪਾਂ ਕੁਐਸਚਨ ਆਨਸਰ ਕਰਾਂਗੇ, ਸਾਰੀ ਨਹੀਂ ਕਰਦੇ। ਠੀਕ ਹੈ, ਇਹਦੇ ਵਿੱਚ ਸਿਰਫ ਆਹ ਟੌਪਿਕ ਕਰ ਲੈਣੇ ਇਹ ਵਾਲਾ, ਤੇ ਬਾਕੀ ਅਗਰ ਕੁਝ ਵੀ ਆਉਂਦਾ ਤਾਂ ਤੁਹਾਨੂੰ ਪਤਾ ਲੱਗ ਜਾਣਾ ਇਹਦੇ ਵਿੱਚੋਂ ਹਿੰਟ, ਤਾਂ ਇਹਦੇ ਵਿੱਚ ਤੁਸੀਂ ਇਹਦਾ ਜਿਹੜੇ ਕਿ ਕੇਂਦਰੀ ਭਾਵ ਉਹ ਲਿਖ ਦੇਣਾ ਸਾਰ। ਹਜ਼ਾਰਾਂ ਹੀ ਸਾਲਾਂ ਤੋਂ ਇਹ ਕਹਿਣ ਵਾਲੇ ਕੋਈ ਤੁਰ ਪਏ, ਪਰ ਇਹ ਬਾਕੀ ਹੈ ਦੁਨੀਆ, ਉਹ ਤੱਤਾਂ ਦੀ ਕੁਝ ਅਸਲੀਅਤ ਹੀ ਨਾ ਸਮਝੇ, ਜੋ ਕਹਿੰਦੇ ਰਹੇ ਫਾਨੀ ਖਾਕੀ ਹੈ ਦੁਨੀਆ, ਖਾਕੀ ਹੈ ਦੁਨੀਆ, ਬੜੇ ਪੇਚ ਖਾ ਕੇ ਚੱਲਦੀ ਹੈ ਦੁਨੀਆ, ਇਹ ਮਰਦੀ ਨਹੀਂ ਪਰ ਬਦਲਦੀ ਹੈ ਦੁਨੀਆ, ਹੈ ਬਦਲੀ ਦਾ ਦਿਨ, ਜ਼ਿੰਦਗੀ ਦਾ ਸਵੇਰਾ ਨਹੀਂ, ਮੌਤ ਦਾ ਜਗਤ, ਜੀਵਨ ਹਨੇਰਾ। ਤਾਂ ਇਹਦੇ ਵਿੱਚ ਕੀ ਹੈ ਕਿ ਬਾਬਾ ਬਲਵੰਤ ਨੇ ਦੁਨੀਆ ਪਹਿਲਾਂ ਤਾਂ ਹੀ ਲਿਖਣਾ ਕਿ ਪ੍ਰਸੰਗ ਇਹ ਕਵਿਤਾ ਜਿਹੜੀ ਕਿ ਕਾਵਿ ਸਮੇਲ ਪੁਸਤਕ ਦੇ ਵਿੱਚ ਦਰਜ ਦੁਨੀਆ ਜਿਹੜੇ ਕਿ ਬਾਬਾ ਬਲਵੰਤ ਦੀ ਲਿਖੀ ਹੋਈ ਹੈ। ਇਸ ਕਵਿਤਾ ਵਿੱਚ ਕਵੀ ਨੇ ਪ੍ਰਗਟ ਕੀਤਾ ਕਿ ਦੁਨੀਆ ਮਾਇਆ, ਕੂੜ ਤੇ ਨਾਸ਼ਵਾਨ ਨਹੀਂ, ਸਗੋਂ ਇੱਕ ਹਕੀਕਤ ਹੈ ਤੇ ਸੱਚਾਈ ਆ। ਤੇ ਇਹਨਾਂ ਸਤਰਾਂ ਦੇ ਵਿੱਚ ਕਵੀ ਦੁਨੀਆ ਨੂੰ ਮਾਇਆ, ਕੂੜ ਜਾਂ ਨਾਸ਼ਵਾਨ ਕਹਿਣ ਵਾਲਿਆਂ ਉੱਤੇ ਜਿਹੜੇ ਕਿ ਵਿਅੰਗ ਕਰਦਾ। ਤਾਂ ਇਹਦੇ ਵਿੱਚ ਕਵੀ ਕਹਿ ਰਿਹਾ ਕਿ ਹਜ਼ਾਰਾਂ ਸਾਲਾਂ ਤੋਂ ਦੁਨੀਆ ਨੂੰ ਜਿਹੜੇ ਕਿ ਨਾਸ਼ਵਾਨ, ਹਜ਼ਾਰਾਂ ਹੀ ਸਾਲਾਂ ਤੋਂ ਇਹ ਕਹਿਣ ਵਾਲੇ ਕੀ ਤੁਰ ਗਏ ਵੀ ਦੁਨੀਆ ਨੂੰ ਹਜ਼ਾਰਾਂ ਸਾਲਾਂ ਤੋਂ ਜਿਹੜੇ ਨਾਸ਼ਵਾਨ ਮੰਨਦੇ ਨੇ ਤਾਂ ਉਹ ਤੁਰ ਗਏ ਨੇ। ਠੀਕ ਹੈ, ਪਰ ਇਹ ਦੁਨੀਆ ਅਜੇ ਤੱਕ ਵੀ ਕਾਇਮ ਹੈ। ਜਿਹੜੇ ਕਹਿੰਦੇ ਨੇ ਕਿ ਦੁਨੀਆ ਨਾਸ਼ਵਾਨ ਹੈ ਜਾਂ ਮਿੱਟੀ ਦੀ ਬਣੀ ਹੋਈ ਹੈ, ਖਾਕੀ ਹੋ ਗਈ, ਮਿੱਟੀ ਦੀ ਬਣੀਆਂ ਹੋਈ ਹੈ। ਠੀਕ ਹੈ,
ਉਹਨਾਂ ਨੇ ਤੱਤਾਂ ਦੀ ਅਸਲੀਅਤ ਨੂੰ ਨਹੀਂ ਸਮਝਿਆ। ਇਹ ਦੁਨੀਆ ਬੜੇ ਪੇਚ ਪਾ ਕੇ ਚੱਲਦੀ ਹੈ, ਠੀਕ ਹੈ। ਇਹ ਦੁਨੀਆ ਮਰਦੀ ਨਹੀਂ ਸਗੋਂ ਬਦਲਦੀ ਹੈ। ਭਾਵ ਕਿ ਦੁਨੀਆ ਮਰਦੀ ਨਹੀਂ ਹੈਗੀ, ਅੱਗੇ ਅੱਗੇ ਬਦਲਦੀ ਰਹਿੰਦੀ ਆ। ਤੇ ਇਸ ਦੁਨੀਆ ਉੱਤੇ ਬਦਲੀ ਦਾ ਦਿਨ ਜ਼ਿੰਦਗੀ ਦਾ ਸਵੇਰਾ, ਤੇ ਜਿਹੜੀ ਬਦਲਣਾ ਕੀ ਆ ਵੀ ਜ਼ਿੰਦਗੀ ਦਾ ਅਗਲਾ ਸਵੇਰਾ। ਤੇ ਇਸ ਜਗਤ ਰੂਪ ਜੀਵਨ ਉੱਤੇ ਆਉਣ ਵਾਲੀ ਮੌਤ ਹਨੇਰਾ, ਤੇ ਜਿਹੜੀ ਮੌਤ ਆ ਉਹ ਕੀ ਆ ਹਨੇਰਾ, ਤੇ ਅਰਥਾਤ ਜ਼ਿੰਦਗੀ ਦਾ ਅੰਤ ਨਹੀਂ, ਠੀਕ ਹੈ। ਹਾਂਜੀ, ਜਿਵੇਂ ਦਾ ਕੇਂਦਰੀ ਭਾਵ ਹੈ ਕਿ ਦੁਨੀਆ ਮਾਇਆ ਜਾਂ ਕੂੜ ਨਹੀਂ ਹੈ, ਕਿ ਨਾ ਹੀ ਨਾਸ਼ਵਾਨ, ਸਗੋਂ ਹਕੀਕਤ ਹੈ, ਇੱਕ ਸੱਚਾਈ ਆ। ਤੇ ਇਹਦੇ ਪਦਾਰਥਕ ਪਸਾਰ ਦੇ ਵਿੱਚ ਜੋ ਅਸਲੀ ਸੱਚ ਹੈ ਉਹ ਤਬਦੀਲੀ ਹਰ ਸਮੇਂ ਜਾਰੀ ਰਹਿੰਦੀ ਆ। ਫਿਲਾਸਫਰਾਂ ਨੇ ਕੀ ਕਿਹਾ ਸੀ ਕਿ ਦੁਨੀਆ ਨਿਰਾ ਸੁਪਨਾ ਜਾਂ ਕਲਪਨਾ, ਤੇ ਇਹ ਧੂਏ ਮਾਤਰਾ ਤੇ ਝੂਠੀ ਹੈ। ਇਹ ਪਰਛਾਵੇਂ ਵਾਂਗ ਥੋੜਾ ਚਿਰ ਤੇ ਮਾਇਆ, ਧੋਖਾ ਤੇ ਫਾਨੀ ਜਾਂ ਖਾਕੀ ਹੈ। ਨੈਕਸਟ, ਕਵੀ ਅਨੁਸਾਰ ਦੁਨੀਆ ਕੀ ਹੈ? ਕਵੀ ਅਨੁਸਾਰ ਦੁਨੀਆ ਹਕੀਕਤ ਹੈ, ਇਹ ਬ੍ਰਹਿਮੰਡ ਦੀ ਹਰ ਇੱਕ ਚੀਜ਼ ਹਕੀਕਤ ਹੈ। ਦੁਨੀਆ ਖਤਮ ਨਹੀਂ ਹੁੰਦੀ ਸਗੋਂ ਇਹ ਬਦਲਦੀ ਆ। ਤੇ ਕਾਵਿ ਸਮੇਲ ਦੇ ਵਿੱਚ ਬਾਬਾ ਬੁਲਾਨ ਦੀਆਂ ਕਿਹੜੇ ਕਵਿਤਾਵਾਂ ਸ਼ਾਮਲ ਨੇ? ਜਵਾਨਾ, ਸ਼ਿਵ ਨਾਚ, ਤਰੱਕੀ, ਦੁਨੀਆ, ਠੀਕ ਹੈ, ਇਹ ਸਾਰੀਆਂ ਨੇ। ਅਗਲਾ ਰਾਈਟਰ ਹੈ ਸ਼ਿਵ ਕੁਮਾਰ। ਹਾਂਜੀ, ਮੇਰੇ ਗੀਤਾਂ ਦੇ ਨੈਣਾ ਦੇ ਵਿੱਚ ਮਾਏ ਨੀ ਮਾਏ, ਮੇਰੇ ਗੀਤਾਂ ਦੇ ਨੈਣਾ ਵਿੱਚ ਵਿਰਹੋਂ ਦੀ ਰੜਕ ਪਵੇ। ਅੱਧੀ ਅੱਧੀ ਰਾਤੀ ਉੱਠ ਰੋਣ ਮੋਏ ਮਿੱਤਰਾਂ ਨੂੰ, ਮਾਏ ਸਾਨੂੰ ਨੀਂਦ ਨਾ ਪਾਵੇ। ਪੈ ਪੈ ਸੁਗੰਧੀਆਂ ਚੋਂ ਵੰਨਾ ਫੇਹੇ ਚਾਨਣੀ ਦੇ, ਤਾਂ ਵੀ ਸਾਡੀ ਪੀੜ ਨਾ ਸਵੇ। ਕੋਸੇ ਕੋਸੇ ਸਾਹਾਂ ਦੀ ਮੈਂ ਕਰਾਂ ਜੇ ਟਕੋਰ, ਮਾਏ ਸਗੋਂ ਸਾਨੂੰ ਖਾਣ ਨੂੰ ਪਵੇ। ਹਾਂਜੀ, ਇਹ ਜਿਹੜੀ ਕਿ ਕਵਿਤਾ ਸ਼ਿਵ ਕੁਮਾਰ ਦੀ ਲਿਖੀ ਹੋਈ ਕਵਿਤਾ ਮੇਰੇ ਗੀਤਾਂ ਦੇ ਨੈਣਾ ਦੇ ਵਿੱਚੋਂ ਲਿਆ ਗਿਆ ਕਾਵਿ ਟੋਟਾ। ਇਸ ਗੀਤ ਵਿੱਚ ਕਵੀ ਨੇ ਜਿਹੜੇ ਕਿ ਅਸਫਲ ਪ੍ਰੇਮ ਤੋਂ ਪੈਦਾ ਹੋਏ ਵਿਰਹੋ ਦੇ ਤੀਬਰ ਨੂੰ ਜਿਹੜੇ ਕਿ ਬਿਆਨ ਕੀਤਾ। ਭਾਵ ਕਿ ਵਿਰਹੋ ਨੂੰ ਤੀਬਰਤਾ ਦੇ ਨਾਲ ਬਿਆਨ ਕੀਤਾ। ਤਾਂ ਵਿਆਖਿਆ ਦੇ ਵਿੱਚ ਜਿਹੜੇ ਕੀ ਕਹਾਂਗੇ ਕਿ ਕਵੀ ਜਿਹੜੇ ਕਿ ਵਿਰਹਨ ਇਸਤਰੀ ਦੇ ਰੂਪ ਦੇ ਵਿੱਚ ਕਹਿੰਦਾ ਕਿ ਮਾਏ ਨੀ ਮਾਏ, ਕਿ ਹੇ ਮੇਰੀਏ ਮਾਏ, ਮੇਰੇ ਗੀਤਾਂ ਦੇ ਨੈਣਾਂ ਦੇ ਵਿੱਚੋਂ ਵਿਰਹੋ ਦੀ ਰੜਕ ਜਿਹੜੀ ਕਿ ਪੈ ਰਹੀ ਹੈ, ਠੀਕ ਹੈ। ਸੇਮ ਇਹਨਾਂ ਦੇ ਵਿੱਚ ਬਿਲਕੁਲ ਤੁਹਾਡੀ ਇੰਨੀ ਪ੍ਰਸੰਗ ਸਹਿਤ ਵਿਆਖਿਆ ਟਫ ਨਹੀਂ ਹੈ, ਠੀਕ ਹੈ। ਤਾਂ ਇਹਨਾਂ ਦੇ ਵਿੱਚ ਤਾਂ ਸੇਮ ਹੀ ਵਰਡਿੰਗ ਨੂੰ ਤੁਸੀਂ ਆਪਣੇ ਅਕੋਰਡਿੰਗ ਜਿਹੜੇ ਕਿ ਆਪਣੀ ਭਾਸ਼ਾ ਆਪਾਂ ਕਹਿ ਸਕਦੇ ਆਪਣੀ ਵਰਡਿੰਗ ਦੇ ਵਿੱਚ ਲਿਖ ਸਕਦੇ ਹੋ, ਠੀਕ ਹੈ। ਮੇਰੇ ਗੀਤਾਂ ਦੇ ਨੈਣਾਂ ਦੇ ਵਿੱਚੋਂ ਵਿਰਹੋ ਦੀ ਰੜਕ ਪੈ ਰਹੀ ਆ, ਭਾਵ ਉਹਨਾਂ ਦੇ ਵਿਛੋੜੇ ਦਾ ਦੁੱਖ ਆ ਜਿਹੜੇ ਕਿ ਚੁੱਭ ਰਿਹਾ। ਤੇ ਅੱਧੀ ਰਾਤ ਨੂੰ ਉੱਠ ਕੇ ਮੋਏ ਮਿੱਤਰਾਂ ਨੂੰ ਜਿਹੜੇ ਕਿ ਯਾਦ ਕਰਕੇ ਰੋਂਦੇ ਨੇ, ਇਸ ਕਰਕੇ ਸਾਨੂੰ ਨੀਂਦ ਨਹੀਂ ਆਉਂਦੀ। ਮੈਂ ਇਹਨਾਂ ਉੱਪਰ ਖੁਸ਼ਬੂਆਂ ਦੇ ਵਿੱਚ ਭਿਉਂ ਭਿਉਂ ਕੇ ਚਾਨਣੀ ਦੇ ਫਹੇ ਬੰਨ੍ਹਦੀ ਹਾਂ, ਠੀਕ ਹੈ, ਪਰ ਤਾਂ ਵੀ ਇਹ ਸਾਡੀ ਪੀੜ ਨਹੀਂ ਸੌਂਦੀ। ਮਾਏ ਮੈਂ ਇਹਨਾਂ ਉੱਪਰ ਕੋਸੇ ਕੋਸੇ ਸਾਹਾਂ ਦੀ ਟਕੋਰ ਕਰਦੀ ਹਾਂ, ਪਰ ਇਹਨਾਂ ਦੀ ਪੀੜ ਸਾਨੂੰ ਖਾਣ ਨੂੰ ਪੈਂਦੀ ਹੈ। ਤੇ ਇਹਦੇ ਵਿੱਚ ਪਹਿਚਾਣ ਦੇ ਵਰਡ ਮੇਰੇ ਗੀਤ, ਠੀਕ ਹੈ, ਮੇਰੇ ਗੀਤ ਜਾਂ ਮਾਏ ਨੀ ਮਾਏ, ਠੀਕ ਹੈ, ਇਹਦੇ ਤੋਂ ਤੁਹਾਨੂੰ ਪਤਾ ਲੱਗ ਜਾਣਾ। ਤੇ ਬਾਕੀ ਤੁਸੀਂ ਇਹਦੇ ਵਿੱਚ ਆਪਾਂ ਨੇ ਜਿਹੜੇ ਕਿ ਇਹ ਕੇਂਦਰੀ ਭਾਵ ਇਹਦੇ ਵਿੱਚ ਵਿਸ਼ਾ ਵਸਤੂ ਕੀਤਾ ਸੀ, ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ, ਠੀਕ ਹੈ। ਵਿਰਹੋ ਦੀ ਰੜਕ ਦੀ ਕਵਿਤਾ ਦੀ ਸੁਰ ਕਿਹੋ ਜਿਹੀ ਹੈ? ਤਾਂ ਇਹ ਹੈਗੀ ਆ ਵਿਰਹੋ ਤੇ ਵਿਸ਼ਾਦ ਭਰੀ, ਠੀਕ ਹੈ। ਮੇਰੇ ਗੀਤਾਂ ਦੇ ਨੈਣਾਂ ਦੇ ਵਿੱਚੋਂ ਕਵਿਤਾ ਦਾ ਕੇਂਦਰੀ ਭਾਵ ਇਹ ਆਪਾਂ ਨੇ ਪਹਿਲਾਂ ਕੀਤੇ ਹੋਏ ਨੇ, ਠੀਕ ਹੈ। ਹਾਂਜੀ, ਅੱਗੇ ਹੈ ਅਸਾਂ ਤਾਂ ਜੋਬਨ ਰੁੱਤੇ ਮਰਨਾ। ਅਸਾਂ ਤਾਂ ਜੋਬਨ ਰੁੱਤੇ ਮਰਨਾ, ਮੁੜ ਮੁੜ ਜਾਣਾ ਅਸਾਂ ਭਰੇ ਭਰਾਏ ਹਿਜਰ ਤੇਰੇ ਦੀ ਕਰ ਪਰਕਰਮਾ, ਅਸਾਂ ਤਾਂ ਜੋਬਨ ਰੁੱਤੇ ਮਰਨਾ। ਤੇ ਇਹ ਕਾਵਿ ਟੋਟਾ ਵੀ ਜਿਹੜੇ ਕਿ ਸ਼ਿਵ ਕੁਮਾਰ ਬਟਾਲਵੀ ਦੀ ਲਿਖੀ ਹੋਈ ਕਵਿਤਾ ਅਸਾਂ ਤਾਂ ਜੋਬਨ ਰੁੱਤੇ ਮਰਨਾ ਦੇ ਵਿੱਚੋਂ ਲਿਆ ਗਿਆ। ਇਹਦੇ ਵਿੱਚ ਵੀ ਪਹਿਚਾਣ ਵਰਡ ਅਸਾਂ ਤਾਂ ਜੋਬਨ ਰੁੱਤੇ ਮਰਨਾ, ਠੀਕ ਹੈ। ਇਸ ਦੇ ਵਿੱਚ ਕਵੀ ਜਿਹੜੇ ਕਿ ਲਿਖਦਾ ਕਿ ਉਮਰ ਭਰ ਸ਼ਰਮ ਦੇ ਨਾਲ ਜਿਉਣ ਦੇ ਨਾਲੋਂ ਕੀ ਆ ਕਿ ਪਿਆਰੇ ਦੇ ਵਿਰਹਾ ਦੇ ਵਿੱਚ ਜਿਉਣਾ, ਠੀਕ ਹੈ, ਜਿਉਂਦੇ ਆਪਣੀ ਜਵਾਨੀ ਦੇ ਵਿੱਚ ਮਰਨ ਨੂੰ ਚੰਗਾ ਸਮਝਦੇ ਨੇ। ਵੀ ਇਹ ਕਹਿੰਦੇ ਨੇ ਕਿ ਕਿਤੇ ਸ਼ਰਮ ਦੇ ਨਾਲ ਜਿਉਣ ਦੇ ਨਾਲੋਂ ਤਾਂ ਆਪਣੇ ਪਿਆਰੇ ਦੇ ਵਿਰਹਾ ਨੂੰ ਹਟਾਉਂਦੇ ਹੋਏ ਜਵਾਨੀ ਦੇ ਵਿੱਚ ਮਰਨ ਨੂੰ ਹੀ ਚੰਗਾ ਸਮਝਿਆ, ਠੀਕ ਹੈ। ਇਹਨਾਂ ਸਤਰਾਂ ਦੇ ਵਿੱਚ ਕਵੀ ਜਵਾਨੀ ਦੇ ਵਿੱਚ ਕੌਣ ਕੌਣ ਮਰਦੇ ਨੇ ਉਹਨਾਂ ਬਾਰੇ ਕਹਿੰਦਾ। ਤਾਂ ਕਵੀ ਕਹਿੰਦਾ ਕਿ ਅਸੀਂ ਤਾਂ ਜੋਬਨ ਰੁੱਤੇ ਇਹਦੇ ਵਿੱਚ ਮਰਨਾ, ਅਸੀਂ ਤਾਂ ਭਰਾਏ ਹੀ ਇੱਥੇ ਚਲੇ ਜਾਣਾ, ਠੀਕ ਹੈ, ਵੀ ਇੱਥੋਂ ਚਲੇ ਜਾਣਾ। ਹਿਜਰ ਤੇਰੇ ਦੀ ਕਰ ਪਰਕਰਮਾ, ਅਸਾਂ ਤੋਂ ਜੋਬਨ ਰੁੱਤੇ ਮਰਨਾ, ਅਸੀਂ ਤਾਂ ਤੇਰੇ ਵਿਛੋੜੇ ਦੀ ਪਰਿਕਰਮਾ ਕਰਦੇ ਹੋਏ ਜਵਾਨੀ ਦੀ ਰੁੱਤ ਦੇ ਵਿੱਚ ਹੀ ਮਰ ਜਾਣਾ। ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ, ਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾਂ ਵਾਲਾ, ਜਾਂ ਉਹ ਮਰਨ ਕੀ ਜਿਨ੍ਹਾਂ ਲਿਖਾਏ ਹਿਜਰ ਧੁਰੋਂ ਵਿੱਚ ਕਰਮਾ। ਹਿਜਰ ਤੁਹਾਡਾ ਅਸਾਂ ਮੁਬਾਰਿਕ ਸਾਲ ਬਹਿਸ਼ਤੀ ਖੜਸਾ, ਅਸਾਂ ਤਾਂ ਜੋਬਨ ਰੁੱਤੇ ਮਰਨਾ। ਤਾਂ ਇਹਦੇ ਵਿੱਚ ਕਵੀ ਕਹਿੰਦਾ ਹੈ ਕਿ ਜਿਹੜਾ ਵੀ ਜਵਾਨੀ ਦੀ ਰੁੱਤ ਦੇ ਵਿੱਚ ਮਰਦਾ ਉਹ ਫੁੱਲ ਬਣਦਾ ਜਾਂ ਤਾਰਾ ਬਣਦਾ। ਜਵਾਨੀ ਦੀ ਰੁੱਤ ਦੇ ਵਿੱਚ ਜਾਂ ਤਾਂ ਆਸ਼ਕ ਮਰਦੇ ਨੇ ਜਾਂ ਕੋਈ ਕਰਮਾਂ ਵਾਲਾ ਮਰਦਾ, ਜਾਂ ਜਵਾਨੀ ਰੁੱਤ ਦੇ ਵਿੱਚ ਉਹ ਮਰਦੇ ਨੇ ਜਿਨ੍ਹਾਂ ਨੇ ਧੁਰੋਂ ਆਪਣੀ ਕਿਸਮਤ ਦੇ ਵਿੱਚ ਵਿਰਹਾ ਲਿਖਾਇਆ ਵਾ ਹੁੰਦਾ। ਇਹ ਪਿਆਰੀ ਅਸੀਂ ਤਾਂ ਜਵਾਨੀ ਰੁੱਤ ਦੇ ਵਿੱਚ ਮਰਨਾ ਹੈ ਤੇ ਤੇਰੇ ਮੁਬਾਰਕ ਹਿਜਰ ਨੂੰ ਆਪਣੇ ਨਾਲ ਸਵਰਗਾਂ ਦੇ ਵਿੱਚ ਲੈ ਕੇ ਜਾਣਾ।
ਅੱਗੇ ਹੈ ਸੱਜਣ ਜੀ ਭਲਾ ਭਲਾ ਕਿਸ ਲਈ ਜੀਣਾ ਸਾਡੇ ਸਾਡੇ ਜਹਾ ਨਿਰਕਰਮਾ ਸੂਤਕ ਰੁੱਤ ਤੋਂ ਜੋਬਨ ਰੁੱਤ ਤੱਕ ਜਿੰਨਾ ਹੰਡਾਈਆਂ ਸ਼ਰਮਾਂ ਨਿਤ ਲੱਜਿਆਂ ਦੀਆਂ ਜੰਮਣ ਪੀੜਾਂ ਅਣਚਾਹਿਆ ਵੀ ਜਰਨਾ ਨਿਤ ਕਿਸੇ ਦੇਹ ਦੇ ਵਿੱਚ ਫੁੱਲ ਬਣ ਖਿੜਨਾ ਨਿਤ ਤਾਰਾ ਬਣ ਚੜਨਾ ਅਸਾਂ ਤਾਂ ਜੋਬਨ ਰੁੱਤੇ ਮਰਨਾ। ਹਾਂਜੀ, ਇਹਦੇ ਵਿੱਚ ਜਿਹੜੇ ਕਿ ਕਵੀ ਕਹਿੰਦਾ ਕਿ ਸਾਡੇ ਵਰਗੇ ਨਿਕਰਮਾਂ ਦਾ ਵੀ ਕੋਈ ਜੀਣਾ ਹੈ। ਠੀਕ ਹੈ, ਨਿਕਰਮਾ ਭਾਵ ਕਿ ਵੀ ਕਰਮਾਹੀਣ ਵਾਲੇ ਦਾ ਵੀ ਸਾਡਾ ਕੋਈ ਜੀਣਾ। ਅਸੀਂ ਜਨਮ ਦੇ ਸਮੇਂ ਤੋਂ ਜਵਾਨੀ ਤੱਕ ਹਰ ਰੋਜ਼ ਸੰਗ ਸ਼ਰਮ ਦੇ ਵਿੱਚ ਜੀਵਨ ਗੁਜ਼ਾਰਦੇ ਹਾਂ। ਸਾਨੂੰ ਅਣਚਾਹੁੰਦਿਆਂ ਵੀ ਲੱਜਾਂ ਦੀਆਂ ਜੰਮਣ ਪੀੜਾਂ ਸਹਿਣੀਆਂ ਪੈਂਦੀਆਂ ਨੇ ਤੇ ਅਸੀਂ ਲੱਜਿਆਂ ਕਾਰਨ ਆਪਣੀਆਂ ਇਛਾਵਾਂ ਦੇ ਅਤ੍ਰਿਪਤ ਰਹਿਣ ਕਰਕੇ ਮਰੇ ਹੀ ਹੁੰਦੇ ਆ ਤੇ ਇਸ ਮੁਰਦਾ ਰੂਪ ਦੇ ਵਿੱਚ ਨਿਤ ਕਿਸੇ ਦੇਹ ਨੂੰ ਪਿਆਰ ਕਰਦੇ ਹੋਏ ਅਸੀਂ ਫੁੱਲ ਬਣ ਕੇ ਖਿੜਦੇ ਹਾਂ ਤੇ ਹਰ ਰੋਜ਼ ਤਾਰਾ ਬਣ ਕੇ ਚੜ੍ਹਦੇ ਹਾਂ। ਇਸ ਤਰ੍ਹਾਂ ਅਸੀਂ ਨਿਤ ਜੰਮਣ ਮਰਨ ਦੀ ਜਿਹੜੇ ਘੁੰਮਣ ਘੇਰੀ ਦੇ ਵਿੱਚ ਪਏ ਰਹਿੰਦੇ ਹਾਂ ਤੇ ਅਸੀਂ ਪਹਿਲਾਂ ਹੀ ਜਿਉਂਦਿਆਂ ਦੇ ਵਿੱਚ ਸ਼ਾਮਲ ਨਹੀਂ, ਇਸ ਕਰਕੇ ਅਸੀਂ ਤਾਂ ਜਵਾਨੀ ਰੁੱਤ ਦੇ ਵਿੱਚ ਮਰ ਜਾਣਾ। ਵੈਸੇ ਤਾਂ ਇਹਦੇ ਵਿੱਚ ਅਸਾਂ ਤਾਂ ਜੀਵਨ ਰੁੱਤ ਮਰਨ ਵਾਲੇ ਚੋਂ ਹੀ ਹਿੰਟ ਮਿਲ ਰਿਹਾ ਜਾਂ ਇਹਦੇ ਵਿੱਚ ਜਿਹੜੇ ਕਿ ਸੱਜਣ ਜੀ, ਠੀਕ ਹੈ, ਇੱਥੋਂ ਵੀ ਤੁਹਾਨੂੰ ਹਿੰਟ ਮਿਲ ਜਾਣਾ ਕਿ ਇਹਦੇ ਵਿੱਚੋਂ ਹੀ ਹੈ ਇਹ। ਠੀਕ ਹੈ, ਅਸਾਂ ਤਾਂ ਜੋਬਨ ਰੁੱਤੇ ਮਰਨਾ। ਹਾਂਜੀ, ਇਹਦਾ ਇਹ ਲਾਸਟ ਪਾਰਟ ਆ। ਸੱਜਣ ਜੀ ਪਏ ਸਭ ਜਗ ਤਾਈ ਗਰਭ ਜੂਨ ਦੇ ਵਿੱਚ ਮਰਨਾ ਜੰਮਣ ਪਹਿਲੋਂ ਔਖ ਹੰਢਾਈਏ ਫਿਰ ਹੰਢਾਈਏ ਸ਼ਰਮਾ ਮਰ ਕੇ ਕੀ ਕਰੀਏ ਇੱਕ ਦੂਜੇ ਦੀ ਮਿੱਟੀ ਦੀ ਪਰਿਕਰਮਾ ਪਰ ਜੇ ਮਿੱਟੀ ਵੀ ਮਰ ਜਾਏ ਤਾਂ ਜਿਉ ਕੇ ਕੀ ਕਰਨਾ ਅਸਾਂ ਤੋਂ ਜੋਬਨ ਰੁੱਤੇ ਮਰਨਾ ਮੁੜ ਜਾਣਾ ਅਸਾਂ ਵੀ ਭਰੇ ਭਰਾਏ ਹੀਜਰ ਤੇਰੇ ਦੀ ਕਰ ਪਰਿਕਰਮਾ ਅਸਾਂ ਤੋਂ ਜੋਬਨ ਰੁੱਤੇ ਮਰਨਾ। ਹਾਂਜੀ, ਕਵੀ ਕਹਿੰਦਾ ਕਿ ਇੱਥੇ ਤਾਂ ਸਾਰੀ ਦੁਨੀਆ ਨੂੰ ਗਰਭ ਜੂਨ ਦੇ ਵਿੱਚ ਹੀ ਮਰਨਾ ਪੈਂਦਾ, ਗਰਭ ਜੂਨ ਵਿੱਚ ਹੀ ਮਰਨਾ ਪੈਂਦਾ। ਇਸ ਕਰਕੇ ਅਸੀਂ ਜਨਮ ਤੋਂ ਪਹਿਲਾਂ ਮਰੇ ਹੋਣ ਕਰਕੇ ਔਖ ਦੇ ਵਿੱਚ ਲੰਘਦੇ ਅਤੇ ਫਿਰ ਇਸ ਦੁਨੀਆ ਦੇ ਵਿੱਚ ਜਨਮ ਤੋਂ ਲੈ ਕੇ ਅੰਤ ਤੱਕ ਸੰਗ ਸ਼ਰਮ ਭਰਿਆ ਜੀਵਨ ਗੁਜ਼ਾਰਦੇ ਹਾਂ। ਅਸੀਂ ਮੁਰਦਾ ਰੂਪ ਦੇ ਵਿੱਚ ਇੱਕ ਦੂਜੇ ਦੀ ਮਿੱਟੀ ਦੀ ਪਰਿਕਰਮਾ ਕਰਦੇ ਹਾਂ, ਪਰ ਜਦੋਂ ਸਾਡੇ ਸਰੀਰ ਰੂਪੀ ਮਿੱਟੀ ਦੇ ਵਿੱਚੋਂ ਅਣਖ ਵੀ ਮਰ ਜਾਵੇ, ਠੀਕ ਹੈ, ਤਾਂ ਫਿਰ ਜਿਉਣ ਦਾ ਕੀ ਲਾਭ ਹੈ। ਹੇ ਪਿਆਰੇ, ਇਸ ਕਰਕੇ ਅਸੀਂ ਤਾਂ ਜਵਾਨੀ ਰੁੱਤ ਦੇ ਵਿੱਚ ਹੀ ਮਰਨਾ, ਅਸੀਂ ਤਾਂ ਭਰੇ ਭਰਾਏ ਹੀ ਇੱਥੋਂ ਚਲੇ ਜਾਣਾ, ਅਸੀਂ ਤੇਰੇ ਹਿਜਰ ਦੀ ਪਰਿਕਰਮਾ ਕਰਦੇ ਹੋਏ ਜਵਾਨੀ ਦੀ ਉਮਰ ਦੇ ਵਿੱਚ ਹੀ ਮਰ ਜਾਣਾ। ਹਾਂਜੀ, ਜਿਵੇਂ ਇਹਦੇ ਵਿੱਚੋਂ ਕੁਐਸਚਨ ਅੱਗੇ ਕੇਂਦਰੀ ਭਾਵ ਆਪਣੇ ਕਰ ਲਿਆ। ਕਵੀ ਆਪਣੇ ਆਪ ਨੂੰ ਨਿਰਕਰਮਾ ਵਾਲਾ ਕਿਉਂ ਕਹਿੰਦਾ? ਕਵੀ ਆਪਣੇ ਆਪ ਨੂੰ ਨਿਰਕਰਮਾ ਇਸ ਕਰਕੇ ਕਹਿੰਦਾ ਕਿਉਂਕਿ ਉਸਨੇ ਤਾਂ ਜਨਮ ਤੋਂ ਲੈ ਕੇ ਹੁਣ ਤੱਕ ਸ਼ਰਮਾ ਭਰਿਆ ਜੀਵਨ ਗੁਜ਼ਾਰਿਆ ਤੇ ਉਸਨੂੰ ਇਹ ਅਨੁਭਵ ਨਹੀਂ ਕਿ ਹੋਇਆ ਕਿ ਜਿਉਂਦਿਆਂ ਦੇ ਵਿੱਚ ਸ਼ਾਮਲ ਹੈ, ਕਿ ਉਹਨੂੰ ਇਹੀ ਫੀਲ ਹੀ ਨਹੀਂ ਹੋ ਰਿਹਾ ਕਿ ਉਹ ਜਿਉਂਦਿਆਂ ਦੇ ਵਿੱਚ ਸ਼ਾਮਲ ਹੈ, ਜਿਸ ਕਰਕੇ ਉਹ ਆਪਣੇ ਆਪ ਨੂੰ ਨਿਰਕਰਮਾ ਵਾਲਾ ਮੰਨਦਾ। ਹਾਂਜੀ, ਕਿਹੜੇ ਲੋਕ ਵਿਸ਼ਵਾਸ ਦਾ ਜ਼ਿਕਰ ਕੀਤਾ ਇਹਦੇ ਵਿੱਚ? ਤਾਂ ਇਹਦੇ ਵਿੱਚ ਹੈ ਕਿ ਜਵਾਨੀ ਦੇ ਵਿੱਚ ਮਰਨ ਵਾਲਾ ਜਾਂ ਧਰਤੀ ਉੱਤੇ ਫੁੱਲ ਬਣ ਕੇ ਖਿੜਦਾ ਜਾਂ ਆਸਮਾਨ ਦੇ ਵਿੱਚ ਤਾਰਾ ਬਣ ਕੇ ਚਮਕਦਾ। ਠੀਕ ਹੈ, ਤੇ ਇਹ ਗੀਤ ਦਾ ਕਵੀ ਕੌਣ ਆ? ਸ਼ਿਵ ਕੁਮਾਰ ਬਟਾਲਵੀ। ਅੱਗੇ ਜ਼ਖਮ ਚੀਨੀ ਆਕਰਮਣ ਸਮੇਂ ਸੁਣਿਓ ਵੇ ਕਲਮਾਂ ਵਾਲਿਓ, ਸੁਣਿਓ ਵੇ ਅਕਲਾਂ ਵਾਲਿਓ, ਸੁਣਿਓ ਵੇ ਹੁਨਰਾਂ ਵਾਲਿਓ, ਹੈ ਅੱਖ ਚੁੱਭੀ ਅਮਨ ਦੀ ਆਇਓ ਵੇ ਫੁੱਕਾ ਮਾਰਿਓ, ਇੱਕ ਦੋਸਤੀ ਦੇ ਜ਼ਖਮ ਤੇ ਸਾਂਝਾ ਦਾ ਲੋਗੜ ਬੰਨ ਕੇ ਸਮੇਂ ਦੀ ਥੋਹਰ ਪੀੜ ਕੇ ਦੁੱਧਾਂ ਦਾ ਛੱਟਾ ਮਾਰਿਓ। ਹਾਂਜੀ, ਇਹ ਜਿਹੜੇ ਕਿ ਕਾਵ ਟੋਟਾ ਕਾਵ ਸਮੇਲ ਪੁਸਤਕ ਦੇ ਵਿੱਚ ਦਰਜ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਜ਼ਖਮ ਦੇ ਵਿੱਚੋਂ ਲਿਆ ਗਿਆ। ਇਸ ਕਵਿਤਾ ਦੇ ਵਿੱਚ ਕਵੀ ਭਾਰਤ ਉੱਤੇ ਜਦੋਂ ਚੀਨੀ ਹਮਲੇ ਦੇ ਜਿਹੜੇ ਕਿ ਆਪਣੇ ਦੁੱਖ ਪ੍ਰਗਟ ਕਰਦਾ, ਠੀਕ ਹੈ, ਤੇ ਅਮਨ ਦੀ ਇੱਛਾ ਕਰਦਾ। ਤਾਂ ਇਹਦੇ ਵਿੱਚ ਕਵੀ ਕਹਿੰਦਾ ਸੁਣਿਓ ਵੇ ਕਲਮਾਂ ਵਾਲਿਓ, ਸੁਣਿਓ ਵੇ ਅਕਲਾਂ ਵਾਲਿਓ। ਕਵੀ ਕਲਾਕਾਰਾਂ ਤੇ ਬੁੱਧੀਜੀਵਾਂ ਤੇ ਸਾਹਿਤਕਾਰਾਂ ਨੂੰ ਕਹਿੰਦਾ, ਸੰਬੋਧਨ ਕਰਕੇ ਕਹਿੰਦਾ ਕਿ ਉਹ ਉਸ ਦੀ ਪੁਕਾਰ ਨੂੰ ਸੁਣੋ, ਠੀਕ ਹੈ, ਤੇ ਸੁਣਿਓ ਵੇ ਹੁਨਰਾਂ ਵਾਲੇ, ਵੀ ਹੁਨਰਾਂ ਵਾਲੇ ਕੀ ਹੋ ਗਏ? ਬੁੱਧੀਜੀਵ, ਠੀਕ ਹੈ, ਸਾਹਿਤਕਾਰ, ਕਲਾਕਾਰ, ਇਹ ਸਾਰੇ ਹੋ ਗਏ। ਕਲਮਾਂ ਵਾਲੇ ਕਲਾਕਾਰ ਹੋ ਗਏ, ਠੀਕ ਹੈ, ਅਕਲਾਂ ਵਾਲੇ ਬੁੱਧੀਜੀਵ ਹੋ ਗਏ ਤੇ ਹੁਨਰਾਂ ਵਾਲੇ ਸਾਹਿਤਕਾਰ ਹੋ ਗਏ। ਹੈ ਅੱਖ ਚੁੱਭੀ ਅਮਨ ਦੀ ਆਇਓ ਵੇ ਫੁੱਕਾ ਮਾਰਿਓ। ਤਾਂ ਉਹ ਕਵੀ ਕਹਿ ਰਿਹਾ ਕਿ ਅੱਜ ਭਾਰਤ ਉੱਪਰ ਚੀਨੀ ਹਮਲੇ ਦੇ ਨਾਲ ਅਮਨ ਦੀ ਜਿਹੜੀ ਅੱਖ ਆ ਉਹ ਚੁੱਭ ਗਈ ਹੈ, ਠੀਕ ਹੈ, ਅਰਥਾਤ ਭਾਵ ਕਿ ਅਮਨ ਸ਼ਾਂਤੀ ਭੰਗ ਹੋ ਗਿਆ। ਆਓ ਇਸ ਚੁੱਭੀ ਹੋਈ ਅੱਖ ਦੀ ਪੀੜ ਦੂਰ ਕਰਨ ਲਈ ਫੁੱਕਾ ਮਾਰੋ, ਠੀਕ ਹੈ, ਫੁੱਕਾ ਮਾਰੋ ਭਾਵ ਕਿ ਅੱਖ ਚੁੱਭੀ ਭਾਵ ਕਿ ਅੱਖ ਦੇ ਵਿੱਚ ਜੇ ਕੁਛ ਵੱਜੇ ਤਾਂ ਅੱਖ ਦੁਖਣ ਲੱਗ ਜਾਂਦੇ। ਤਾਂ ਉਹ ਕਹਿ ਰਿਹਾ ਵੀ ਐਵੇਂ ਹੀ ਜਿਹੜੀ ਕਿ ਸ਼ਾਂਤੀ ਸੀ ਉਹਦੇ ਭਾਰਤ ਦੇ ਵਿੱਚ ਅਮਨ ਸ਼ਾਂਤੀ ਸੀ, ਉਸ ਅਮਨ ਸ਼ਾਂਤੀ ਤੇ ਜਦੋਂ ਹਮਲਾ ਹੋ ਗਿਆ ਤਾਂ ਉਹ ਅੱਖ ਆ ਜਿਹੜੀ ਕਿ ਉਹਦੇ ਅੱਖ ਦੇ ਚੁੱਭਕ ਦੀ ਤਰ੍ਹਾਂ ਵੱਜੀ ਹੈ, ਠੀਕ ਹੈ, ਜਿਸ ਕਰਕੇ ਇਹਨੂੰ ਫੁੱਕਾ ਮਾਰ ਕੇ ਆਪਾਂ ਇਹਨੂੰ ਦੂਰ ਕਰੀਏ, ਭਾਵ ਕਿ ਇਸ ਤੇ ਜਿਹੜੀ ਕਿ ਇਸ ਹਮਲੇ ਨੂੰ ਰੋਕੀਏ, ਠੀਕ ਹੈ। ਅੱਗੇ ਹੈ ਇੱਕ ਦੋਸਤੀ ਦੇ ਜ਼ਖਮ ਤੇ ਸਾਂਝਾ ਲੋਗੜ ਬੰਨ ਕੇ ਸਮੇਂ ਦੀ ਥੋਹਰ ਪੀੜ ਕੇ ਦੁੱਧਾਂ ਦਾ ਛੱਟਾ ਮਾਰਿਓ। ਤਾਂ ਕਵੀ ਕਹਿੰਦਾ ਹੈ ਕਿ ਇਹਦੇ ਵਿੱਚ ਕਿ ਜਿਹੜਾ ਅੱਜ ਹਿੰਦ
ਚੀਨ ਦੀ ਜਿਹੜੀ ਦੋਸਤੀ ਉਹ ਜ਼ਖਮੀ ਹੋ ਗਈ ਹੈ। ਤੁਸੀਂ ਇਸ ਜ਼ਖਮ ਦੀ ਪੀੜ ਨੂੰ ਦੂਰ ਕਰਨ ਲਈ ਇਸ ਉੱਤੇ ਸਮੇਂ ਦੀ ਥੋਹੜ ਨੂੰ ਨਪੀੜ ਕੇ ਇਸ ਤੇ ਦੁੱਧ ਦਾ ਛਿੱਟਾ ਮਾਰੋ ਤੇ ਉਸ ਉੱਪਰ ਸਾਂਝ ਦਾ ਲੋਗੜ ਬੰਨੋ। ਸਾਂਝ ਦਾ ਭਾਵ ਕਿ ਆਪਸੀ ਸਾਂਝੇਦਾਰੀ ਹਮਦਰਦੀ ਦੇ ਇਹਦੇ ਤੇ ਲੋਗੜ ਬੰਨੋ, ਭਾਵ ਕਿ ਸਮੇਂ ਦੀ ਲੋੜ ਨੂੰ ਸਮਝਦੇ ਹੋਏ ਦੋਹਾਂ ਦੇਸ਼ਾਂ ਦੇ ਵਿਚਕਾਰ ਮੁੜ ਤੋਂ ਮਿੱਤਰਤਾ ਕਾਇਮ ਕਰੋ। ਠੀਕ ਹੈ, ਤੇ ਇੱਥੇ ਅਮਨ ਬਹਾਲ ਕਰੋ। ਅਮਨ ਕੀ ਸ਼ਾਂਤੀ। ਅੱਗੇ ਹੈ ਵਿਹੜੇ ਸਾਡੀ ਧਰਤ ਤੇ ਤਰੀਖ ਟੂਣਾ ਕਰ ਗਈ, ਸੇਹ ਦਾ ਤੱਕਲਾ ਗੱਡ ਕੇ, ਸਾਹਾਂ ਦੇ ਪੱਤਰ ਵੱਢ ਕੇ, ਹੱਡੀਆਂ ਦੇ ਚੌਲ ਡੋਲ ਕੇ, ਨਫ਼ਰਤ ਦੀ ਮੌਲੀ ਬੰਨ੍ਹ ਕੇ, ਲੋਹਾਂ ਦੀ ਗਾਗਰ ਧਰ ਗਈ, ਹੇ ਸਾਥੀਓ ਵੇਲੀਓ ਤਹਿਜ਼ੀਬ ਜਿਉਂਦੀ ਮਰ ਗਈ। ਤਾਂ ਇਹਦੇ ਵਿੱਚ ਕਵੀ ਕਹਿ ਰਹੇ ਆ ਸਾਹਿਤਕਾਰਾਂ, ਬੁੱਧੀਜੀਵੀਆਂ ਤੇ ਕਲਾਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਿ ਕੱਲ ਤੱਕ ਤਾਂ ਹਿੰਦ ਚੀਨ ਦੋਵੇਂ ਮਿੱਤਰ ਸੀ। ਠੀਕ ਹੈ, ਉਹ ਭਰਾਵਾਂ ਵਾਂਗ ਰਹਿੰਦੇ ਸੀ, ਪਰ ਅੱਜ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਨੇ। ਲੱਗਦਾ ਕਿ ਸਾਡੀ ਧਰਤੀ ਦੇ ਵਿਹੜੇ ਦੇ ਵਿੱਚ ਇਤਿਹਾਸ ਨੇ ਟੂਣਾ ਕਰ ਦਿੱਤਾ। ਠੀਕ ਆ, ਤਾਰੀਖ ਕੀ ਹੋ ਗਿਆ, ਇਤਿਹਾਸ ਵੀ ਟੂਣਾ ਕਰ ਦਿੱਤਾ। ਤੇ ਉਸਨੇ ਇਹ ਟੂਣਾ ਸਾਡੇ ਵਿਹੜੇ ਦੇ ਵਿੱਚ ਸੇਹ ਦਾ ਤੱਕਲਾ ਗੱਡ ਕੇ, ਸਾਹਾਂ ਦੇ ਪੱਤੇ ਵੱਢ ਕੇ, ਕਿਵੇਂ ਕੀਤਾ, ਸੇਹ ਦਾ ਤੱਕਲਾ ਗੱਡ ਕੇ, ਸਾਹਾਂ ਦੇ ਪੱਤੇ ਵੱਢ ਕੇ, ਠੀਕ ਹੈ, ਹੱਡੀਆਂ ਦੇ ਚੌਲ ਡੋਲ ਕੇ, ਨਫ਼ਰਤ ਦੀ ਮੌਲੀ ਬੰਨੀ ਆ। ਮੌਲੀ ਕੀ ਹੋ ਗਿਆ, ਅੱਟਾ। ਠੀਕ ਹੈ, ਇਹ ਬੰਨਿਆ, ਭਾਵ ਕਿ ਖੰਮਣੀ ਤਰ੍ਹਾਂ ਵੀ ਇਹ ਬੰਨਿਆ। ਠੀਕ ਹੈ, ਲਹੂ ਦੀ ਗਾਗਰ ਭਰ ਕੇ ਕੀਤਾ। ਤੇ ਇਸ ਕਰਕੇ ਇਹ ਲੜਾਈ ਛਿੜੀ ਹੋਈ ਹੈ ਜਿਸ ਦੇ ਵਿੱਚ ਬੰਦੇ ਮਰ ਰਹੇ ਨੇ ਤੇ ਉਹਨਾਂ ਦੀਆਂ ਹੱਡੀਆਂ ਰੁਲ ਰਹੀਆਂ ਨੇ ਤੇ ਲਹੂ ਚੱਲ ਰਿਹਾ। ਹੇ ਸਾਥੀਓ, ਮੈਨੂੰ ਇਹ ਦੇਖ ਕੇ ਐਵੇਂ ਲੱਗਦਾ ਕਿ ਅੱਜ ਅਸੀਂ ਆਪਣੀ ਜਿਸ ਉੱਨਤ ਤਹਿਜ਼ੀਬ ਦੀਆਂ ਡਿੰਗਾਂ ਮਾਰਦੇ ਹਾਂ, ਸ਼ੇਖੀਆਂ ਮਾਰਦੇ ਹਾਂ, ਉਹ ਜਿਉਂਦੀ ਹੀ ਮਰ ਗਈ ਹੈ। ਬਾਕੀ ਇਹਦਾ ਕੇਂਦਰੀ ਭਾਵ, ਠੀਕ ਹੈ, ਜ਼ਖਮ ਕਵਿਤਾ ਵਿੱਚ ਕਿਸ ਹਮਲੇ ਦਾ ਜ਼ਿਕਰ ਹੈ? 1962 ਈਸਵੀ ਦੇ ਵਿੱਚ ਚੀਨ ਦੇ ਭਾਰਤ ਉੱਤੇ ਹਮਲੇ ਨਾਲ ਸੰਬੰਧਿਤ ਹੈ। ਠੀਕ ਹੈ, ਕਿਹਨਾਂ ਨੂੰ ਇਕਮੁੱਠ ਹੋਣ ਲਈ ਕਹਿੰਦਾ? ਲਿਖਾਰੀਆਂ, ਵਿਦਵਾਨਾਂ ਤੇ ਕਲਾਕਾਰਾਂ ਨੂੰ। ਜ਼ਖਮ ਕਵਿਤਾ ਹੈ ਕਿਹਦੀ? ਸ਼ਿਵ ਕੁਮਾਰ ਦੀ। ਠੀਕ ਹੈ, ਕਿਸ ਨੂੰ ਸੰਬੋਧਨ ਕੀਤਾ ਗਿਆ ਵੀ ਰਿਪੀਟ ਹੋ ਗਏ ਕੁਐਸਚਨ। ਠੀਕ ਹੈ, ਤੇ ਬਾਕੀ ਸਾਰੇ ਕੁਐਸਚਨ ਆਪਣੇ ਹੋਏਗੇ। ਅਮਨ ਦੀ ਅੱਖ ਚੁੱਭਣ ਤੋਂ ਕੀ ਭਾਵ ਹੈ? ਕਿ ਅਮਨ ਭੰਗ ਹੋ ਗਿਆ, ਸ਼ਾਂਤੀ ਭੰਗ ਹੋ ਗਿਆ ਤੇ ਲੜਾਈ ਛਿੜ ਪਈ ਆ। ਚੁੱਭਣ ਦੇ ਕਿਹਨਾਂ ਨੂੰ ਫੁੱਕਾ ਮਾਰਨ ਲਈ ਕਹਿੰਦਾ? ਵਿਦਵਾਨਾਂ, ਲਿਖਾਰੀਆਂ ਤੇ ਕਲਾਕਾਰਾਂ ਨੂੰ। ਹਾਂਜੀ, ਤੈਨੂੰ ਦਿਆਂ ਹੰਝੂਆਂ ਦਾ ਭਾੜਾ, ਤੈਨੂੰ ਦਿਆਂ ਹੰਝੂਆਂ ਦਾ ਭਾੜਾ ਨੀ ਪੀੜਾਂ ਦਾ ਪਰਾਗਾ ਭੁੰਨ ਦੇ। ਹਾਂਜੀ, ਭਾੜਾ ਕੀ ਹੁੰਦਾ? ਭੱਠੀ ਵਾਲੀ ਚੁੰਗ ਦੇ ਦਾਣੇ ਭੁੰਨਣ ਸਮੇਂ ਜਿਹੜੀ ਮਿਹਨਤਾਨੇ ਦੇ ਰੂਪ ਦੇ ਵਿੱਚ ਲੱਪਕੂ ਦਾਣੇ ਜਿਹੜੇ ਕਿ ਕੱਢ ਲੈਂਦੀ ਆ, ਉਹ ਹੁੰਦੀ ਆ ਭਾੜਾ। ਠੀਕ ਹੈ, ਤੇ ਪੀੜਾਂ ਕੀ ਹੋ ਗਿਆ? ਦੁੱਖ ਦਰਦ। ਪਰਾਗਾ ਕੀ ਹੁੰਦਾ? ਕੜਾਹੀ ਦੇ ਵਿੱਚ ਭੁੰਨਣ ਵਾਲਾ ਇੱਕ ਵਾਰ ਦੇ ਵਿੱਚ ਜਿਹੜਾ ਆਪਾਂ ਜਿਹੜੇ ਕਿ ਦਾਣੇ ਪਾਉਂਦੇ ਉਹਨੂੰ ਕਹਿੰਦੇ ਆ ਪਰਾਗਾ। ਭੱਠੀ ਵਾਲੀਏ, ਭੱਠੀ ਵਾਲੀਏ, ਚੰਬੇ ਦੀਏ ਡਾਲੀਏ, ਪੀੜਾਂ ਦਾ ਪਰਾਗਾ ਭੁੰਨ ਦੇ। ਭੱਠੀ ਵਾਲੀਏ ਹੋ ਗਿਆ ਕੁਵੇਲਾ ਮੈਨੂੰ, ਢਲ ਗਈਆਂ ਛਾਵਾਂ ਨੀ, ਵੇਲਿਆਂ ਚੋਂ ਮੁੜ ਆਈਆਂ ਮੱਝੀਆਂ ਤੇ ਗਾਵਾਂ ਨੀ, ਪਾਇਆ ਚਿੜੀਆਂ ਨੇ ਚੀਕ ਚਿਹਾੜਾ ਨੀ, ਪੀੜਾਂ ਦਾ ਪਰਾਗਾ ਭੁੰਨ ਦੇ। ਭੱਠੀ ਵਾਲੀਏ, ਤੈਨੂੰ ਦਿਆਂ ਹੰਝੂਆਂ ਦਾ ਭਾੜਾ ਨੀ ਪੀੜਾਂ ਦਾ ਪਰਾਗਾ ਭੁੰਨ ਦੇ, ਭੱਠੀ ਵਾਲੀਏ। ਹਾਂਜੀ, ਇਹ ਕਵਿਤਾ ਜਿਹੜੀ ਕਿ ਸ਼ਿਵ ਕੁਮਾਰ ਦੀ ਲਿਖੀ ਹੋਈ ਹੈ। ਇਸ ਦੇ ਵਿੱਚ ਜਿਹੜੇ ਕਿ ਸ਼ਿਵ ਕੁਮਾਰ ਨੇ ਵਿਰਹੋਂ ਦੇ ਦੁੱਖ ਦੇ ਕਾਰਨ ਭਰਿਆ ਇੱਕ ਜਿਹੜਾ ਕਿ ਇਹ ਵਿਰਹੋਂ ਦੇ ਦੁੱਖਾਂ ਦੇ ਨਾਲ ਭਰਿਆ ਹੋਇਆ ਇਹ ਜਿਹੜੇ ਕਿ ਗੀਤ ਹੈ। ਇਹਦੇ ਵਿੱਚ ਕਵੀ ਆਪਣੀ ਵਿਛੜ ਚੁੱਕੀ ਪ੍ਰੇਮਿਕਾ ਦੇ ਵਿਛੋੜੇ ਦੇ ਦੁੱਖ ਤੇ ਹੋਣੀ ਦੁਆਰਾ ਜਿਹੜੇ ਕਿ ਉਹਨੂੰ ਜਿਹੜੀਆਂ ਤਕਲੀਫਾਂ, ਜਿਹੜੇ ਪੀੜਾਂ ਮਿਲ ਰਹੀਆਂ ਸੀ, ਉਹਨਾਂ ਦੇ ਵਿੱਚ ਜਿਹੜੇ ਕਿ ਆਪਣੇ ਦੁੱਖ ਦਰਦ ਆ ਜਿਹੜੇ ਕਿ ਉਹਨਾਂ ਨੂੰ ਬਿਆਨ ਕਰ ਰਿਹਾ, ਭਾਵ ਕਿ ਉਹਨਾਂ ਪੀੜਾਂ ਦਰਦਾਂ ਨੂੰ ਜਿਹੜਾ ਕਿ ਬਿਆਨ ਕਰ ਰਿਹਾ। ਤਾਂ ਕਵੀ ਕਹਿੰਦਾ ਕਿ ਹੇ ਭੱਠੀ ਵਾਲੀਏ, ਦੁੱਖਾਂ ਨਾਲ ਭਰਿਆ ਵੀ ਤੂੰ ਭੱਠੀ ਦੇ ਵਿੱਚ ਦਾਣੇ ਭੁੰਨਦੀ ਆ, ਐਵੇਂ ਮੇਰੇ ਦੁੱਖ ਦਰਦ ਵੀ ਭੁੰਨ ਦੇ। ਠੀਕ ਹੈ, ਤੇ ਦੁੱਖਾਂ ਨਾਲ ਭਰਿਆ ਮੈਂ ਤੈਨੂੰ ਹੰਝੂਆਂ ਦਾ ਭਾੜਾ ਦਿੰਦਾ ਤੇ ਤੂੰ ਮੈਨੂੰ ਪੀੜਾਂ ਦਾ ਪਰਾਗਾ ਭੁੰਨ ਕੇ ਦੇ। ਠੀਕ ਹੈ, ਮੇਰੇ ਪੀੜਾਂ ਨੇ ਜਿਹੜੀਆਂ ਉਹ ਪਰਾਗੇ ਦੀ ਤਰ੍ਹਾਂ ਨੇ, ਤੂੰ ਇਹਨਾਂ ਨੂੰ ਭੁੰਨ ਦੇ, ਅਰਥਾਤ ਮੇਰੀਆਂ ਪੀੜਾਂ ਨੂੰ ਜਰਾ ਹੋਰ ਤੇਜ਼ ਕਰ ਦੇ ਤੂੰ। ਤੂੰ ਤਾਂ ਚੰਬੇ ਦੀ ਡਾਲੀ ਵਰਗੀ ਸੋਹਣੀ ਹੈ, ਮੈਂ ਤੈਨੂੰ ਵਾਰ-ਵਾਰ ਕਹਿੰਦਾ ਕਿ ਤੂੰ ਮੈਨੂੰ ਪੀੜਾਂ ਦਾ ਪਰਾਗਾ ਭੁੰਨ ਕੇ ਦੇ, ਤੇ ਤੂੰ ਮੇਰੇ ਗਮਾਂ ਨੂੰ ਹੋਰ ਜਿਹੜੇ ਕਿ ਇਹਨਾਂ ਨੂੰ ਹੋਰ ਜਿਹੜੇ ਕਿ ਤੇਜ਼ ਕਰ ਦੇ। ਤੇ ਇਹ ਭੱਠੀ ਵਾਲੀ ਰੂਪ ਹੋਣੀ, ਮੈਂ ਪੀੜਾਂ ਦੇ ਵਿੱਚ ਨਪੀੜ ਹੋ ਕੇ ਜਿਹੜੇ ਕਿ ਮੌਤ ਦੀ ਮੰਜ਼ਿਲ ਤੇ ਪਹੁੰਚਣਾ ਚਾਹੁੰਦਾ। ਉਹ ਤਾਂ ਕਹਿ ਰਿਹਾ ਕਿ ਵੀ ਮੇਰੇ ਦਰਦ ਇੰਨੇ ਜ਼ਿਆਦਾ ਹੋਰ ਹੋ ਜਾਣ ਤਾਂ ਕਿ ਮੈਂ ਜਿਹੜੇ ਕਿ ਮੌਤ ਤੇ ਪਹੁੰਚ ਜਾਵਾਂ, ਤੇ ਮੈਨੂੰ ਉੱਥੇ ਪਹੁੰਚਣ ਦੇ ਵਿੱਚ ਬਹੁਤ ਦੇਰ ਹੋ ਗਈ ਹੈ। ਦੇਖ ਸ਼ਾਮ ਪੈ ਰਹੀ ਹੈ, ਪਰਛਾਵੇਂ ਢਲ ਰਹੇ ਨੇ, ਚਰਗਾਹਾਂ ਦੇ ਵਿੱਚੋਂ ਮੱਝਾਂ ਤੇ ਗਈਆਂ ਚਰ ਕੇ ਘਰਾਂ ਨੂੰ ਵਾਪਸ ਆ ਗਈਆਂ ਨੇ, ਚਿੜੀਆਂ ਨੇ ਚੀਕ ਚਿਹਾੜਾ ਪਾ ਰੱਖਿਆ ਤੇ ਮੈਂ ਆਪਣੀ ਮੰਜ਼ਿਲ ਤੇ ਨਹੀਂ ਹਜੇ ਤੱਕ ਪਹੁੰਚ ਸਕਿਆ। ਤੂੰ ਮੇਰਾ ਪੀੜਾਂ ਦਾ ਪਰਾਗਾ ਭੁੰਨ ਦੇ, ਮੈਂ ਤੈਨੂੰ ਆਪਣੇ ਹੰਝੂਆਂ ਦਾ ਭਾੜਾ ਦਿੰਦਾ। ਛੇਤੀ ਛੇਤੀ ਕਰੀ ਤੇ ਮੈਂ ਜਾਣਾ ਬੜੀ ਦੂਰ ਨਹੀਂ, ਜਿੱਥੇ ਮੇਰੇ ਹਾਣੀਆਂ ਦਾ ਟੁਰ ਗਿਆ ਪੂਰ ਨਹੀਂ। ਹਾਣੀ ਕੀ ਹੋ ਗਿਆ? ਭਾਵ ਕਿ ਪ੍ਰੇਮਿਕਾ। ਪੂਰ ਬੇੜੀ ਦੇ ਵਿੱਚ ਇੱਕ ਵਾਰੀ ਜਿਹੜੀ ਕਿ ਸਵਾਰ ਹੋ ਕੇ ਹੋ ਸਕਣ ਵਾਲੇ ਲੋਕ,
ਭਾਵ ਕਿ ਪੂਰ ਕੀ ਹੋ ਗਿਆ, ਪ੍ਰੇਮਿਕਾ ਦੀ ਸਵਾਰੀ। ਠੀਕ ਹੈ। ਉਸ ਪਿੰਡ ਦਾ ਸੁਣੀਦਾ ਰਾਹ ਮਾੜਾ, ਨੀ ਪੀੜਾਂ ਦਾ ਪਰਾਗਾ ਭੁੰਨਦੇ ਭੱਠੀ ਵਾਲੀਏ। ਤਾਂ ਕਵੀ ਕਹਿੰਦਾ ਕਿ ਤੂੰ ਮੇਰਾ ਪੀੜਾਂ ਦਾ ਪਰਾਗਾ ਛੇਤੀ ਭੁੰਨ, ਮੈਂ ਬਹੁਤ ਦੂਰ ਜਾਣਾ ਜਿੱਥੇ ਮੇਰੀ ਹਾਨਣ ਚਲੀ ਗਈ ਹੈ, ਜਿੱਥੇ ਪ੍ਰੇਮਿਕਾ ਮੇਰੀ ਚਲੀ ਗਈ ਆ। ਤੇ ਦੁਨੀਆ ਕਹਿੰਦੀ ਹੈ ਕਿ ਉਸ ਪਿੰਡ ਦਾ ਰਾਹ ਬਹੁਤ ਔਖਾ, ਭਾਵ ਕਿ ਮੌਤ ਦਾ ਰਾਹ ਬਹੁਤ ਮਾੜਾ, ਤੇ ਉਸ ਰਾਹ ਉੱਤੇ ਤੁਰ ਜਾਣਾ ਚੰਗੀ ਗੱਲ ਨਹੀਂ। ਪਰ ਤੂੰ ਮੇਰੀਆਂ ਪੀੜਾਂ ਦਾ ਪਰਾਗਾ ਭੁੰਨ ਦੇ, ਤੇ ਮੈਂ ਤੈਨੂੰ ਹੰਝੂਆਂ ਦਾ ਭਾੜਾ ਦੇ ਰਿਹਾ, ਤੇ ਮੈਂ ਪੀੜਾਂ ਦਾ ਪਰਾਗਾ ਭੁੰਨਾ ਕੇ ਤੇ ਤੋਂ ਛੇਤੀ ਉੱਥੇ ਪਹੁੰਚਣ ਜਾਣਾ ਚਾਹੁੰਦਾ। ਠੀਕ ਹੈ। ਤੇ ਭਾਵ ਕਿ ਮੈਂ ਮਰ ਜਾਣਾ ਚਾਹੁੰਦਾ, ਤਾਂ ਕਿ ਮੈਂ ਜਿਹੜੀ ਕਿ ਆਪਣੀ ਵਿਛੜੀ ਹੋਈ ਪ੍ਰੇਮਿਕਾ ਦੇ ਕੋਲ ਪਹੁੰਚ ਸਕਾਂ। ਮੇਰੀ ਵਾਰੀ ਪੱਤਿਆਂ ਦੀ ਪੰਡ ਸਿੱਲੀ ਹੋ ਗਈ, ਮਿੱਟੀ ਦੀ ਕੜਾਹੀ ਤੈਨੂੰ ਕਾਹਨੂੰ ਪਿੱਲੀ ਹੋ ਗਈ। ਪਿੱਲੀ ਕੀ ਹੁੰਦਾ, ਕੱਚੀ। ਠੀਕ ਹੈ। ਸਿੱਲੀ ਕੀ ਹੋ ਗਿਆ, ਗਿੱਲੀ। ਤੇਰੇ ਸੇਕ ਨੂੰ ਕੀ ਵੱਜਿਆ ਦੁਗਾੜਾ, ਦੁਗਾੜਾ ਕੀ ਹੋ ਗਿਆ, ਦੁਨਾਲੀ ਬੰਦੂਕ ਦੀ ਜਿਹੜੀ ਕਿ ਗੋਲੀ। ਠੀਕ ਹੈ। ਨੀ ਪੀੜਾਂ ਦਾ ਪਰਾਗਾ ਭੁੰਨਦੇ ਭੱਠੀ ਵਾਲੇ, ਤੈਨੂੰ ਦਿਆ ਹੰਝੂਆਂ ਦਾ ਭਾੜਾ, ਨਹੀਂ ਦੁੱਖਾਂ ਦਾ ਪਰਾਗਾ ਭੁੰਨਦੇ ਭੱਠੀ ਵਾਲੀ। ਤਾਂ ਕਵੀ ਕਹਿੰਦਾ ਕਿ ਇਹ ਭੱਠੀ ਵਾਲੀਏ, ਜਦੋਂ ਤੇਰੀ ਭੱਠੀ ਉੱਪਰ ਪੀੜਾਂ ਦੇ ਦਾਣੇ ਭੁੰਨਣ ਦੀ ਮੇਰੀ ਵਾਰੀ ਆਈ, ਭਾਵ ਕਿ ਮੇਰੇ ਜਦੋਂ ਦੁੱਖ ਦਰਦਾਂ ਨੂੰ ਭੁੰਨਣ ਦੀ ਵਾਰੀ ਆਈ, ਤਾਂ ਤੈਨੂੰ ਪੱਤਿਆਂ ਦੀ ਪੰਡ ਆ ਜਿਹੜੀ ਕਿ ਤੇਰੀ ਸਿੱਲੀ ਹੋ ਗਈ, ਗਿੱਲੀ ਹੋ ਗਈ, ਭਾਵ ਕਿ ਠੀਕ ਹੈ, ਤੇਰੀ ਭੱਠੀ ਦੇ ਵਿੱਚ ਅੱਗ ਤੇਜ਼ੀ ਨਾਲ ਨਹੀਂ ਚੱਲ ਰਹੀ, ਵੀ ਜਿਵੇਂ ਤੇਜ਼ ਹੋਣੀ ਚਾਹੀਦੀ ਆ। ਤੇਰੀ ਮਿੱਟੀ ਦੀ ਜਿਹੜੀ ਕੜਾਹੀ ਆ ਉਹ ਵੀ ਪੀਲੀ ਹੋ ਗਈ, ਭਾਵ ਕਿ ਕੱਚੀ ਹੋ ਗਈ। ਤੇ ਤੇਰੀ ਭੱਠੀ ਹੇਠਲੇ ਸੇਕ ਨੂੰ ਕੋਈ ਗੋਲੀ ਵੱਜ ਗਈ ਜਾਪਦੀ ਆ, ਵੀ ਉਹ ਇੰਨੀ ਜਿਹੜੀ ਕਿ ਸੇਕ ਨਹੀਂ ਕਰ ਰਹੀ। ਤੇ ਮੈਂ ਤੇਰੇ ਅੱਗੇ ਤਰਲਾ ਕਰਦਾ ਕਿ ਤੂੰ ਮੇਰਾ ਪੀੜਾਂ ਦਾ ਪਰਾਗਾ ਛੇਤੀ ਨਾਲ ਭੁੰਨ ਦੇ, ਤੇ ਮੈਂ ਤੈਨੂੰ ਹੰਝੂਆਂ ਦਾ ਭਾੜਾ ਦਿੰਦਾ, ਤੇ ਤੇਰੇ ਵਰਗੇ ਕਿ ਤੇਰੇ ਵੱਲੋਂ ਜਿਹੜੀ ਦੇਰੀ ਮੇਰੇ ਤੋਂ ਜਿਹੜੀ ਤੂੰ ਦੇਰੀ ਕਰ ਰਹੀ ਹੈ, ਮੇਰਾ ਪੀੜਾਂ ਦਾ ਪਰਾਗਾ ਨਹੀਂ ਭੁੰਨ ਰਹੀ, ਉਹਨੂੰ ਮੈਂ ਸਹਿਣ ਨਹੀਂ ਕਰ ਸਕਦਾ। ਭਾਵ ਕਿ ਮੈਂ ਜਿਹੜੇ ਕਿ ਆਪਣੇ ਵੱਲੋਂ ਜਿਹੜੇ ਪੀੜਾਂ ਨੂੰ ਉਹਨਾਂ ਨੂੰ ਹੋਰ ਤੇਜ਼ ਕਰਾ ਕੇ, ਤਾਂ ਕਿ ਮੈਂ ਛੇਤੀ ਛੇਤੀ ਮਰ ਸਕਾਂ। ਲੱਪਕੂ ਚੁੰਗ ਮੇਰੀ ਮੈਨੂੰ ਪਹਿਲਾਂ ਟੋਰਨੀ। ਚੁੰਗ ਕੀ ਹੁੰਦਾ, ਭੱਠੀ ਉੱਤੇ ਦਾਣੇ ਭੁੰਨਣ ਲਈ ਆਇਆ ਜਿਹੜਾ ਕਿ ਬੰਦਾ। ਠੀਕ ਹੈ। ਕੱਚੇ ਕੱਚੇ ਰੱਖਣਾ ਨਹੀਂ ਰਾੜ, ਥੋੜੇ ਹੋਰ ਨਹੀਂ। ਰਾੜ ਕੀ ਹੁੰਦਾ, ਹੋਰ ਉਹਨੂੰ ਮਤਲਬ ਕਿ ਵਧੀਆ ਪਕਾਉਣਾ। ਕਰਾਂ ਮਿੰਨਤਾਂ ਮੁਕਾ ਦੇ ਨੀ ਪੁਆੜਾ, ਨੀ ਪੀੜਾਂ ਦਾ ਪਰਾਗਾ ਭੁੰਨਦੇ ਭੱਠੀ ਵਾਲੇ, ਤੈਨੂੰ ਦਿਆ ਹੰਝੂਆਂ ਦਾ ਭਾੜਾ, ਨਹੀਂ ਦੁੱਖਾਂ ਦਾ ਪਰਾਗਾ ਭੁੰਨਦੇ। ਤਾਂ ਕਵੀ ਕਹਿੰਦਾ ਕਿ ਇਹ ਭੱਠੀ ਵਾਲੀਏ, ਮੇਰਾ ਕੰਮ ਬਹੁਤਾ ਨਹੀਂ ਹੈਗਾ, ਮੇਰੀ ਚੁੰਗ ਲੱਪਕੂ ਦੀ ਆ, ਭਾਵ ਕਿ ਮੇਰਾ ਥੋੜਾ ਜਿਹਾ ਕੰਮ ਹੈ, ਪਹਿਲਾਂ ਤੂੰ ਮੈਨੂੰ ਤੋਰ। ਠੀਕ ਹੈ। ਮੇਰੇ ਪੀੜਾਂ ਦਾ ਰੂਪ ਜਿਹੜੇ ਕਿ ਦਾਣਿਆਂ ਨੂੰ ਉਹਨੂੰ ਕੱਚੇ ਨਾ ਰੱਖ, ਜਿਹੜੇ ਮੇਰੇ ਪੀੜਾਂ ਨੇ ਉਹਨਾਂ ਨੂੰ ਕੱਚੇ ਨਾ ਰੱਖ, ਕੱਚੇ ਦਾਣਿਆਂ ਵਾਂਗ ਨਾ ਰੱਖ, ਸਗੋਂ ਇਹਨਾਂ ਨੂੰ ਹੋਰ ਜ਼ਿਆਦਾ ਭੁੰਨ। ਮੈਂ ਮਿੰਨਤਾਂ ਕਰਦਾ ਕਿ ਤੂੰ ਪੀੜਾਂ ਨੂੰ ਤੇਜ਼ ਕਰ। ਠੀਕ ਹੈ। ਭਾਵ ਕਿ ਉਹ ਕਹਿੰਦਾ ਕਿ ਮੇਰੇ ਦੁੱਖ ਦਰਦ ਨੂੰ ਹੋਰ ਤੇਜ਼ ਕਰ, ਤਾਂ ਕਿ ਹੋਰ ਦੁੱਖ ਦਰਦ ਜਦੋਂ ਤੇਜ਼ ਹੋਣਗੇ ਤਾਂ ਉਹ ਜਲਦੀ ਜਿਹੜੀ ਕਿ ਉਹ ਮਰ ਜੂਗਾ। ਠੀਕ ਹੈ। ਤੇ ਇਸ ਲਈ ਤੂੰ ਮੇਰਾ ਪੀੜਾਂ ਦਾ ਪਰਾਗਾ ਛੇਤੀ ਨਾਲ ਭੁੰਨ, ਮੈਂ ਤੈਨੂੰ ਹੰਝੂਆਂ ਦਾ ਜਿਹੜੇ ਕਿ ਭਾੜਾ ਦਿੰਦਾ। ਸੌ ਗਈਆਂ ਹਵਾਵਾਂ ਰੋ ਰੋ ਕਰ ਵਿਰਲਾਪ ਨੀ, ਤਾਰਿਆਂ ਨੂੰ ਚੜ ਗਿਆ ਮੱਠਾ ਮੱਠਾ ਤਾਪ ਨੀ, ਜੰਜ ਸਾਵਾਂ ਦੀ ਦਾ ਰੁੱਸ ਗਿਆ ਲਾੜਾ, ਨੀ ਪੀੜਾਂ ਦਾ ਪਰਾਗਾ ਭੁੰਨਦੇ ਭੱਠੀ ਵਾਲੇ, ਤੈਨੂੰ ਦਿਆਂ ਹੰਝੂਆਂ ਦਾ ਭਾੜਾ, ਨੀ ਦੁੱਖਾਂ ਦਾ ਪਰਾਗਾ ਭੁੰਨਦੇ। ਤਾਂ ਕਵੀ ਕਹਿੰਦਾ ਕਿ ਭੱਠੀ ਵਾਲੀਏ, ਮੈਂ ਤੈਨੂੰ ਜਿਹੜੇ ਕਿ ਪੀੜਾ ਰੂਪ ਦੇ ਵਿੱਚ ਜਿਹੜੇ ਕਿ ਦਾਣੇ ਭੁੰਨਣ ਲਈ ਬਹੁਤ ਆਏ ਨੂੰ ਮੇਰੇ ਨੂੰ ਬਹੁਤ ਦੇਰ ਹੋ ਗਈ ਹੈ। ਹੁਣ ਤਾਂ ਹਵਾਵਾਂ ਵੀ ਮੇਰੇ ਦੁਖੀ ਦਿਲ ਨੂੰ ਜਿਹੜੇ ਕਿ ਦੇਖ ਕੇ ਵਿਰਲਾਪ ਕਰਕੇ ਥੱਕ ਕੇ ਸੌਂ ਗਈਆਂ। ਮੇਰੇ ਦੁੱਖਾਂ ਕਾਰਨ ਤਾਰਿਆਂ ਨੂੰ ਮੱਠਾ ਮੱਠਾ ਲੱਗਦਾ ਬੁਖਾਰ ਚੜ ਗਿਆ। ਠੀਕ ਆ। ਤੇ ਮੇਰੇ ਸਾਹਾਂ ਦੀ ਜੰਜ ਦਾ ਜਿਹੜਾ ਕਿ ਲਾੜਾ ਉਹ ਵੀ ਰੁੱਸ ਗਿਆ ਲੱਗਦਾ, ਤੇ ਮੇਰੇ ਸਾਹ ਭਾਵ ਕਿ ਮੇਰੇ ਸਾਹ ਰੁਕ ਗਏ ਨੇ, ਮੌਤ ਨੇੜੇ ਆ ਗਈ ਹੈ, ਤੇ ਤੂੰ ਮੇਰਾ ਪੀੜਾਂ ਦਾ ਪਰਾਗਾ ਛੇਤੀ ਨਾਲ ਭੁੰਨ ਦੇ, ਮੈਂ ਤੈਨੂੰ ਹੰਝੂਆਂ ਦਾ ਭਾੜਾ ਦਿੰਦਾ, ਤਾਂ ਜੋ ਮੈਂ ਛੇਤੀ ਜਿਹੜੇ ਕਿ ਮਰ ਜਾਵਾਂ, ਮੁੱਕ ਜਾਵਾਂ। ਅੱਗੇ ਇਹਦੇ ਵਿੱਚ ਸ਼ਾਰਟ ਕੁਐਸਚਨਸ ਨੇ। ਠੀਕ ਹੈ। ਵੀ ਕਿਹੜੇ ਕਿਹੜੇ ਸੱਭਿਆਚਾਰਕ ਹਵਾਲੇ ਆਏ ਨੇ, ਕੀ ਭੁੰਨਣ ਲਈ ਕਹਿੰਦਾ ਪੀੜਾਂ ਦਾ ਪਰਾਗਾ, ਤੇ ਇਹਦੇ ਵਿੱਚ ਸ਼ਿਵ ਕੁਮਾਰ ਦੇ ਕਿਹੜੇ ਕਿਹੜੇ ਕਵਿਤਾਵਾਂ ਨੇ, ਮੇਰੇ ਗੀਤਾਂ ਦੇ ਨੈਣਾਂ ਦੇ ਵਿੱਚ। ਠੀਕ ਹੈ। ਅਸਾਂ ਤਾਂ ਜੋਬਨ ਉੱਤੇ ਮਰਨਾ, ਜ਼ਖਮ ਤੈਨੂੰ ਦਿਆਂ ਹੰਝੂਆਂ ਦਾ ਭਾੜਾ, ਇਹ ਸ਼ਿਵ ਕੁਮਾਰ ਬਟਾਲਵੀ ਦੀਆਂ ਨੇ। ਅੱਗੇ ਹੈਗਾ ਸੁਰਜੀਤ ਪਾਤਰ। ਹਾਂਜੀ, ਇਹ ਸੁਰਜੀਤ ਪਾਤਰ ਦੇ ਜਿਹੜੀ ਕਿ ਗਜ਼ਲ ਹੈ, ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਰਨਗੇ। ਸ਼ਮਾਦਾਨ ਹੁੰਦਾ ਚਿਰਾਗ ਦਾਨ ਵਾਲਾ। ਠੀਕ ਹੈ। ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਜ਼ਾਰ ਕਿੰਜ ਸਹਿਣਗੇ। ਹਾਂਜੀ, ਇਹ ਜਿਹੜੇ ਕਿ ਕਾਵ ਸੰਗ੍ਰਹਿ ਕਾਵ ਟੋਟਾ ਜਿਹੜਾ ਕਿ ਸੁਰਜੀਤ ਪਾਤਰ ਦੀ ਲਿਖੀ ਹੋਈ ਗਜ਼ਲ ਹੈ, ਇਹ ਇਸ ਦੇ ਵਿੱਚੋਂ ਲਿਆ ਗਿਆ ਹੈ ਕਾਵ ਟੋਟਾ। ਤੇ ਇਹ ਜਿਹੜੇ ਕਿ ਗਜ਼ਲ ਦੇ ਪਹਿਲੇ ਸ਼ੇਰ ਦੇ ਵਿੱਚ ਕਵੀ ਨੇ ਵਰਤਮਾਨ ਜਿਹੜਾ ਸਿਆਸੀ ਹਨੇਰਾਗਰਦੀ ਤੇ ਅਨਿਆਏ ਦੇ ਯੁੱਗ ਦੇ ਵਿੱਚ ਜਿਹੜੀ ਕਿ ਮਨੁੱਖ ਦੀ ਬੇਬਸੀ ਤੇ ਉਹਦੀ ਨਿਰਾਸ਼ਤਾ ਨੂੰ ਬਿਆਨ ਕਰਿਆ। ਠੀਕ ਹੈ। ਹਾਂਜੀ, ਕਵੀ ਕਹਿੰਦਾ ਹੈ ਇਹਦੇ ਵਿੱਚ ਕਿ ਜੇ ਮੈਂ ਆਪਣੇ ਗੀਤਾਂ ਦੇ ਵਿੱਚ ਸੱਚੀ ਗੱਲ ਕਹੀ
ਤਾਂ ਅਗਿਆਨਤਾ ਫੈਲਾਉਣ ਵਾਲੀਆਂ ਜਿਹੜੀਆਂ ਸ਼ਕਤੀਆਂ ਨੇ, ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਵੀ ਜਿਹੜੇ ਅਗਿਆਨਤਾ ਫੈਲਾ ਰਹੀਆਂ ਨੇ, ਹਨੇਰਾ ਫੈਲਾ ਰਹੀਆਂ ਨੇ, ਉਹਨਾਂ ਸ਼ਕਤੀਆਂ ਨੇ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਾ ਵੀ ਜੇ ਮੈਂ ਕੁਝ ਕਿਹਾ। ਠੀਕ ਹੈ, ਚੁੱਪ ਰਿਹਾ ਤਾਂ ਸਮਾਧਾਨ ਕੀ ਕਰਨਗੇ, ਵੀ ਜੇ ਮੈਂ ਇਹਨਾਂ ਦੇ ਖਿਲਾਫ ਕੁਝ ਨਾ ਬੋਲਿਆ, ਮੈਂ ਚੁੱਪ ਰਿਹਾ, ਤਾਂ ਜਿਹੜਾ ਅਸਲੀਅਤ ਜਿਹੜਾ ਚਾਨਣ ਫੈਲਾਉਣ ਵਾਲੇ ਨੇ ਉਹ ਸਮਾਧਾਨ ਮੈਨੂੰ ਕੀ ਕਹਿਣਗੇ, ਉਹ ਮੇਰੀ ਆਲੋਚਨਾ ਕਰਨਗੇ। ਠੀਕ ਹੈ, ਗੀਤਾਂ ਦੀ ਮੌਤ ਇਸ ਰਾਤ ਜੇ ਹੋਗੀ, ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ। ਤੇ ਜੇ ਇਸ ਅਗਿਆਨਤਾ ਦੇ ਹਨੇਰੇ ਦੇ ਵਿੱਚ ਮੇਰੇ ਗੀਤਾਂ ਦੀ ਮੌਤ ਹੋਗੀ, ਅਰਥਾਤ ਉਸ ਨੂੰ ਜੇ ਨਾ ਗਾਇਆ, ਤਾਂ ਮੇਰੇ ਦੋਸਤ ਇਸ ਕਮਜ਼ੋਰੀ ਨੂੰ ਨਹੀਂ ਸਹਿਣ ਕਰਨਗੇ ਤੇ ਉਹ ਮੈਨੂੰ ਆਪਣੀ ਜਿਹੜੀ ਕਿ ਮੇਰੀ ਆਲੋਚਨਾ ਕਰਨਗੇ। ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦੇ ਸੁਣਦੇ ਸੁੱਕ ਗਏ। ਤਾਂ ਕਵੀ ਕਹਿ ਰਿਹਾ ਕਿ ਮੇਰੇ ਦੇਸ਼ ਦੇ ਵਿੱਚ ਲੋਕਾਂ ਦੀਆਂ ਖੁਦਗਰਜ਼ੀਆਂ ਦੇ ਕਾਰਨ, ਠੀਕ ਹੈ, ਸਿਆਸੀ ਲੋਕਾਂ ਦੀਆਂ ਖੁਦਗਰਜ਼ੀਆਂ ਦੇ ਕਾਰਨ ਕਿਸੇ ਨੂੰ ਜਸਟਿਸ ਨਹੀਂ ਮਿਲਦਾ, ਕਿਸੇ ਨੂੰ ਨਿਆਂ ਨਹੀਂ ਮਿਲਦਾ। ਤੇ ਇਸ ਅਦਾਲਤ ਦੇ ਵਿੱਚ ਲੋਕਾਂ ਦੇ ਝਗੜੇ ਜਿਹੜੇ ਕਿ ਲਮਕਾਏ ਜਾਂਦੇ ਨੇ, ਤੇ ਲਮਕਾਏ ਝਗੜਿਆਂ ਦੇ ਫੈਸਲੇ ਸੁਣਨ ਦੀ ਉਡੀਕ ਦੇ ਵਿੱਚ ਜਿਹੜੇ ਕਿ ਲੋਕ ਵਿਰਸ਼ਾਂ ਦੀ ਤਰ੍ਹਾਂ ਜਿਹੜੇ ਕਿ ਹੋ ਗਏ ਨੇ। ਠੀਕ ਹੈ, ਵਿਰਖ ਹੋ ਗਏ ਭਾਵ ਕਿ ਜਿਵੇਂ ਦਰਖਤ ਖੜਾ ਰਹਿੰਦਾ ਇੱਕ ਜਗ੍ਹਾ ਤੇ ਖੜਾ ਹੀ ਰਹਿੰਦਾ, ਜੜ ਬਣ ਜਾਂਦਾ, ਐਵੇਂ ਜਿਹੜੇ ਕਿ ਲੋਕ ਵਿਰਖ ਹੋ ਗਏ ਨੇ, ਦਰਖਤ ਬਣ ਗਏ ਨੇ। ਤੇ ਫੈਸਲੇ ਸੁਣਦੇ ਸੁਣਦੇ ਸੁੱਕ ਗਏ ਨੇ, ਤੇ ਉਹ ਫੈਸਲੇ ਸੁਣਨ ਦੀ ਉਡੀਕ ਦੇ ਵਿੱਚ ਜਿਹੜੇ ਕਿ ਇੱਕ ਵਿਰਖ ਦੀ ਤਰ੍ਹਾਂ ਜਿਹੜੇ ਕਿ ਸੁੱਕ ਗਏ ਨੇ। ਆਖੋ ਇਹਨਾਂ ਨੂੰ ਉਜੜੇ ਘਰੀ ਜਾਣ, ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ। ਤਾਂ ਕਵੀ ਕਹਿੰਦਾ ਕਿ ਇਹਨਾਂ ਨੂੰ ਇਨਸਾਫ ਨਹੀਂ ਦਿੱਤਾ ਗਿਆ, ਤੇ ਇਹਨਾਂ ਨੂੰ ਕਹੋ ਕਿ ਉਹ ਆਪਣੇ ਫੈਸਲੇ ਸੁਣਨ ਦੀ ਉਡੀਕ ਦੇ ਲਈ ਹੋਰ ਇੱਥੇ ਖੜੇ ਨਾ ਰਹਿਣ। ਖੜੇ ਰਹਿਣ ਦਾ ਕੋਈ ਫਾਇਦਾ ਨਹੀਂ ਹੈਗਾ, ਤੇ ਉਹ ਇਨਸਾਫ ਦੀ ਆਸ ਨੂੰ ਛੱਡ ਕੇ ਚੁੱਪ ਕਰਕੇ ਆਪਣੇ ਘਰਾਂ ਨੂੰ ਜਿਹੜੇ ਕਿ ਉਜੜੇ ਪੁਜੜੇ ਘਰਾਂ ਨੂੰ ਚਲੇ ਜਾਣ। ਯਾਰ ਮੇਰੇ ਇਸ ਆਸ ਤੇ ਮਰ ਗਏ ਕਿ ਮੈਂ ਉਹਨਾਂ ਦੇ ਦੁੱਖਾਂ ਦਾ ਬਣਾਵਾਂਗਾ ਗੀਤ, ਜੇ ਮੈਂ ਚੁੱਪ ਹੀ ਰਿਹਾ, ਜੇ ਮੈਂ ਕੁਝ ਨਾ ਕਿਹਾ, ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ। ਤਾਂ ਕਵੀ ਕਹਿੰਦਾ ਹੈ ਕਿ ਵੀ ਮੇਰੇ ਜਿਹੜੇ ਦੋਸਤ ਸੀ, ਜਿਹੜੇ ਇਸ ਉਮੀਦ ਤੇ ਸੀ ਕਿ ਜ਼ਬਰ ਦਾ ਸ਼ਿਕਾਰ ਹੋ ਕੇ ਜਿਹੜੇ ਕਿ ਮਰ ਗਏ ਨੇ, ਕਿ ਜਿਹੜੇ ਇਸ ਆਸ ਉੱਤੇ ਵੀ ਜ਼ਬਰ ਦਾ ਸ਼ਿਕਾਰ ਹੋ ਕੇ ਮਰ ਗਏ, ਕਿ ਮੈਂ ਉਹਨਾਂ ਦੇ ਦੁੱਖਾਂ ਦਾ ਗੀਤ ਬਣਾ ਕੇ ਦੁਨੀਆ ਨੂੰ ਸੁਣਾਉਂਗਾ। ਜੇ ਮੈਂ ਚੁੱਪ ਰਿਹਾ ਤਾਂ ਉਹਨਾਂ ਦੇ ਦੁੱਖਾਂ ਸੰਬੰਧੀ ਜਿਹੜੇ ਕਿ ਆਪਣੇ ਗੀਤਾਂ ਦੇ ਵਿੱਚ ਕੁਝ ਨਾ ਕਿਹਾ, ਤਾਂ ਮੈਨੂੰ ਡਰ ਆ ਕਿ ਉਹ ਅਸੰਤੁਸ਼ਟ ਰੂਹਾਂ ਬਣ ਕੇ ਸਦਾ ਭਟਕਦੇ ਰਹਿਣਗੇ ਤੇ ਉਹਨਾਂ ਨੂੰ ਗਤੀ ਨਹੀਂ ਮਿਲੂਗੀ। ਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਟੀ ਲਈ, ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ, ਕੁਝ ਤਾਂ ਸੇਕਣਗੇ ਮਾਂ ਦੇ ਸੀਵੇ ਦੀ ਅਗਨ, ਬਾਕੀ ਕਬਰਾਂ ਦੇ ਰੁੱਖ ਹੇਠਾਂ ਜਾ ਬਹਿਣਗੇ। ਤਾਂ ਕਵੀ ਕਹਿੰਦਾ ਕਿ ਮੇਰੇ ਦੇਸ਼ ਵਾਸੀ ਜਿਹੜੇ ਰੋਜੀ ਦੀ ਖਾਤਰ, ਰੋਟੀ ਦੀ ਖਾਤਰ ਵਿਦੇਸ਼ਾਂ ਦੇ ਵਿੱਚ ਗਏ ਨੇ, ਜਦੋਂ ਕਦੇ ਉਹ ਆਪਣੇ ਦੇਸ਼ ਦੇ ਵਿੱਚ ਆਉਣਗੇ ਤਾਂ ਕਈਆਂ ਦੇ ਪਰਤਦਿਆਂ ਨੂੰ ਉਹਨਾਂ ਦੀਆਂ ਮਾਵਾਂ ਦਾ ਸੀਵਾ ਬਣ ਰਿਹਾ ਹੋਊਗਾ, ਤੇ ਕਈ ਮਾਪਿਆਂ ਦੀਆਂ ਕਬਰਾਂ ਦੇ ਵਿੱਚ ਉੱਗੇ ਰੁੱਖਾਂ ਹੇਠ ਬੈਠ ਕੇ ਉਹ ਆਪਣੀ ਜਿਹੜੇ ਕਿ ਨਿਰਾਸ਼ਤਾ ਦੇ ਵਿੱਚ ਡੁੱਬੇ ਰਹਿ ਜਾਣਗੇ। ਬਾਕੀ ਕਬਰਾਂ ਦੇ ਰੁੱਖਾਂ ਹੇਠ ਭਾਵ ਕਿ ਉਹਨਾਂ ਦੇ ਜਿਹੜੇ ਕਿ ਮਾਂ-ਬਾਪ ਪਹਿਲਾਂ ਹੀ ਗੁਜ਼ਰ ਚੁੱਕੇ ਹੋਣਗੇ, ਤੇ ਉਹਨਾਂ ਦੇ ਕਬਰਾਂ ਤੇ ਜਿਹੜੇ ਕਿ ਦਰਖਤ ਉੱਗ ਗਏ ਹੋਣਗੇ, ਤੇ ਉਹਨਾਂ ਦਰਖਤਾਂ ਹੇਠਾਂ ਬੈਠ ਕੇ ਜਿਹੜੇ ਕਿ ਆਪਣੀ ਨਿਰਾਸ਼ਤਾ ਨੂੰ ਫਰੋਲਣਗੇ। ਠੀਕ ਹੈ, ਕੀ ਇਹ ਇਨਸਾਫ ਹਉਮੈ ਦੇ ਪੁੱਤ ਕਰਨਗੇ, ਕੀ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ, ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ, ਰਾਜ ਬਦਲਣਗੇ, ਸੂਰਜ ਚੜ੍ਹਨ ਲੈਣਗੇ। ਤਾਂ ਕਵੀ ਕਹਿੰਦਾ ਕਿ ਸਾਡੇ ਦੇਸ਼ ਦੇ ਵਿੱਚ ਜਿਹੜੇ ਹੰਕਾਰੇ ਹੋਏ ਸਿਆਸੀ ਲੀਡਰਾਂ ਤੇ ਜ਼ਬਰ ਜ਼ੁਲਮ ਫੈਲਾ ਕੇ ਖਾਮੋਸ਼ ਪੱਥਰ ਦੇ ਬੁੱਤ ਬਣ ਕੇ ਰਹਿਣ ਵਾਲੇ ਜਿਹੜੇ ਹਾਕਮਾਂ ਤੋਂ ਇਨਸਾਫ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਇਹਨਾਂ ਦੇ ਸਿਆਸੀ ਚਾਲਾਂ ਦੇ ਨਾਲ ਫਾਂਸੀ ਉੱਪਰ ਟੰਗੇ ਜਾਣ ਵਾਲੇ ਨੂੰ ਕੋਈ ਨਹੀਂ ਬਚਾ ਸਕਦਾ, ਕਿਉਂਕਿ ਇਹ ਸਭ ਕੁਝ ਇਹਨਾਂ ਨੇ ਸੋਚ ਸਮਝ ਕੇ ਕੀਤਾ ਜਾ ਰਿਹਾ। ਤੇ ਇੱਥੇ ਇਨਸਾਫ ਮਿਲਣ ਦੀ ਉਮੀਦ ਉਦੋਂ ਹੀ ਕੀਤੀ ਜਾ ਸਕਦੀ ਹੈ ਜਦੋਂ ਰਾਜ ਬਦਲੇਗਾ। ਆਖਰ ਸੂਰਜ ਦੇ ਚੜ੍ਹਨ ਲਹਿਣ ਵਾਂਗ ਰਾਜ ਪਲਟਾ ਜ਼ਰੂਰ ਖਾਊਗਾ। ਬਾਕੀ ਜਿਹਨਾਂ 'ਚੋਂ ਕੁਐਸਚਨ ਆਇਆ ਤਾਂ ਜਿਹੜੇ ਕਿ ਤੁਸੀਂ ਇਹਨਾਂ ਦਾ ਸਾਰ ਕੀਤਾ ਹੀ ਹੁੰਦਾ। ਠੀਕ ਹੈ, ਉਹਦੇ ਵਿੱਚੋਂ ਕੁਐਸਚਨਸ ਬਣ ਜਾਂਦੇ ਨੇ। ਹਾਂਜੀ, ਅੱਗੇ ਇਹਨਾਂ ਦੇ ਵਿੱਚੋਂ ਸ਼ਾਰਟ ਕੁਐਸਚਨਸ ਨੇ। ਕਿਸ ਦੇ ਸੁਰਜੀਤ ਪਾਤਰ ਦੇ ਕੁਝ ਕਿਹਾ ਤਾਂ ਹਨੇਰਾ ਜਰੂਗਾ ਕਿਵੇਂ, ਅਦਾਲਤਾਂ ਵਿੱਚ ਕੀ ਹੁੰਦਾ, ਅਦਾਲਤਾਂ ਵਿੱਚ ਜਿਹੜੇ ਕਿ ਕੇਸ ਲਮਕਾਏ ਜਾਂਦੇ ਨੇ। ਠੀਕ ਹੈ, ਤੇ ਲੋਕ ਉੱਥੇ ਜਾ ਕੇ ਫੈਸਲੇ ਦੇ ਉਡੀਕਦੇ ਜਿਹੜੇ ਕਿ ਵਿਰਖ ਹੋ ਜਾਣ ਭਾਵ ਕਿ ਬੁੱਢੇ ਹੋ ਜਾਂਦੇ ਨੇ। ਠੀਕ ਹੈ, ਕਵੀ ਨੇ ਹਨੇਰਾ ਕਿਸ ਨੂੰ ਕਿਹਾ, ਅਗਿਆਨਤਾ ਦਾ ਹਨੇਰਾ ਫੈਲਾਉਣ ਵਾਲੇ ਸਿਆਸੀ ਪ੍ਰਬੰਧ ਨੂੰ ਕਿਹਾ। ਠੀਕ ਹੈ, ਸਮਾਧਾਨ ਚਿੰਨ੍ਹ ਕਿਸ ਲਈ ਵਰਤਿਆ, ਹਕੀਕਤ ਨੂੰ ਉਜਾਗਰ ਕਰਨ ਵਾਲੀਆਂ ਸ਼ਕਤੀਆਂ ਲਈ ਸਮਾਧਾਨ ਸ਼ਬਦ ਵਰਤਿਆ। ਹਾਂਜੀ, ਉਦੋਂ ਵਾਰਿਸ ਸ਼ਾਹ ਨੂੰ ਵੰਡਿਆ ਸੀ, ਹੁਣ ਸ਼ਿਵ ਦੀ ਵਾਰੀ ਏ, ਉਹ ਜ਼ਖਮ ਪੁਰਾਣੇ ਭੁੱਲ ਵੀ ਗਏ, ਨਵਿਆਂ ਦੀ ਜੋ ਫੇਰ ਤਿਆਰੀ ਏ, ਸਾਨੂੰ ਤਾਂ ਸ਼ੇਖ ਫਰੀਦ ਬਿਨਾ ਅੰਮਿਓ ਵੀ ਫਿੱਕਾ ਲੱਗਦਾ ਏ। ਤਾਂ ਇਹਦੇ ਵਿੱਚ ਜਿਹੜੇ ਕਿ ਇਹ ਕਾਵ ਟੋਟਾ ਸੁਰਜੀਤ ਪਾਤਰ ਦੀ ਲਿਖੀ ਹੋਈ ਕਵਿਤਾ ਉਦੋਂ ਵਾਰਿਸ ਸ਼ਾਹ ਨੂੰ ਵੰਡਿਆ ਸੀ ਦੇ ਵਿੱਚੋਂ ਲਿਆ ਗਿਆ। ਇਸ ਕਵਿਤਾ ਵਿੱਚ ਕਵੀ ਨੇ ਬੀਤੇ ਸਮੇਂ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ
ਖਾੜਕੂਵਾਦ ਦੇ ਨਾਂ ਹੇਠ ਪੈਦਾ ਹੋਈ ਲਹਿਰ ਦੇ ਵਿੱਚੋਂ ਜਿਹੜੇ ਕਿ ਧਰਮ ਦੇ ਨਾਂ ਤੇ ਵੰਡਾ ਪਾਉਣ ਦੀ ਭਾਵਨਾ ਦੇ ਵਿਰੁੱਧ ਚੇਤਾਵਨੀ ਦਿੱਤੀ ਆ। ਤਾਂ ਕਵੀ ਕਹਿੰਦਾ ਹੈ ਕਿ ਫਿਰਕਾ ਪ੍ਰਸਤੀ ਨੂੰ ਕਿ 1947 ਈਸਵੀ ਦੀ ਪੰਜਾਬ ਵੰਡ ਕਰਕੇ ਤੁਸੀਂ ਜਿਵੇਂ ਸਰਬ ਸਾਂਝੇ ਕਵੀ ਵਾਰਿਸ ਸ਼ਾਹ ਨੂੰ ਵੰਡ ਦਿੱਤਾ ਸੀ, ਹੁਣ ਲੱਗਦਾ ਹੈ ਕਿ ਉਹ ਤੁਸੀਂ ਸ਼ਿਵ ਨੂੰ ਵੰਡਣ ਦੀ ਤਿਆਰੀ ਕਰ ਰਹੇ ਹੋ। ਕਵੀ ਪੁੱਛਦਾ ਹੈ, ਉਹ ਜ਼ਖਮ ਪੁਰਾਣੇ ਭੁੱਲ ਵੀ ਗਏ, ਨਵੇਂ ਦੀ ਜੋ ਫਿਰ ਕਵੀ ਕਹਿੰਦਾ ਕਿ ਕੀ ਤੁਹਾਨੂੰ 1947 ਦੇ ਜਿਹੜੇ ਜ਼ਖਮ ਸੀ ਉਜੜਿਆਂ ਦੇ, ਉਹ ਜ਼ਖਮ ਭੁੱਲ ਗਏ ਨੇ ਕਿ ਤੁਸੀਂ ਨਵੇਂ ਜ਼ਖਮ ਲਾਉਣ ਦੀ ਤਿਆਰੀ ਕਰ ਰਹੇ ਹੋ। ਜੇਕਰ ਸਾਨੂੰ ਪੁੱਛੋ ਤਾਂ ਅਸੀਂ ਕਹਾਂਗੇ ਕਿ ਸਾਨੂੰ ਤਾਂ ਸ਼ੇਖ ਫਰੀਦ ਤੋਂ ਬਿਨਾਂ ਅੰਮ੍ਰਿਤ ਵੀ ਫਿੱਕਾ ਲੱਗਦਾ ਤੇ ਸੰਤ ਕਬੀਰ ਤੋਂ ਬਿਨਾਂ ਸਾਨੂੰ ਤਾਂ ਸੰਤ ਕਬੀਰ ਬਿਨਾਂ ਦੋ ਮੇਲ ਹੀ ਨਿੱਕਾ ਲੱਗਦਾ ਹੈ। ਜੋ ਵੀ ਜਗਦਾ ਹੈ ਸਾਡਾ ਹੈ, ਸਾਨੂੰ ਹਰ ਇੱਕ ਜੋਤ ਪਿਆਰੀ ਹੈ। ਤਾਂ ਕਵੀ ਕਹਿੰਦਾ ਕਿ ਸੰਤ ਕਬੀਰ ਤੋਂ ਬਿਨਾਂ ਧਰਤੀ ਆਸਮਾਨ ਨੂੰ ਮਿਲਾਉਣ ਵਾਲਾ ਜਿਹੜਾ ਕਿ ਦੋ ਮੇਲ ਵੀ ਛੋਟਾ ਲੱਗਦਾ। ਤੇ ਜਿਹੜਾ ਕੋਈ ਮਹਾਪੁਰਸ਼ ਲੋਕਾਂ ਦੇ ਵਿੱਚ ਜੋਤ ਜਗਾ ਕੇ, ਠੀਕ ਹੈ, ਜੋਤ ਵਾਂਗ ਜਗ ਕੇ ਗਿਆਨ ਦੀ ਚਮਕ ਪੈਦਾ ਕਰਦਾ, ਸਾਨੂੰ ਉਹ ਪਿਆਰਾ। ਜੋ ਆਪਣੀ ਮਾਂ ਨੂੰ ਮਾਂ ਨਾ ਕਹੇ, ਉਹ ਛਾਂ ਵੱਲੋਂ ਥੁੜ ਜਾਵੇਗਾ। ਧੁੱਪਾਂ ਵੈਗਾਨੀਆਂ ਸਹਿ ਸਹਿ ਕੇ ਇੱਕ ਦਿਨ ਆਪੇ ਮੁੜ ਆਵੇਗਾ। ਉਸ ਨੂੰ ਜਾਪੇਗਾ ਆਵਾਜ਼ ਜਿਵੇਂ ਉਹਦੀ ਠੰਡੜੀ ਮਾਂ ਨੇ ਮਾਰੀਏ। ਹਾਂਜੀ, ਇਹਦੇ ਵਿੱਚ ਕਵੀ ਕਹਿੰਦਾ ਹੈ ਕਿ ਜਿਹੜਾ ਮਨੁੱਖ ਆਪਣੀ ਮਾਂ ਨੂੰ ਮਾਂ ਨਹੀਂ ਕਹਿੰਦਾ, ਉਸ ਨੂੰ ਮਾਂ ਦੇ ਪਿਆਰ ਦੀ ਛਾਂ ਦੀ ਕਮੀ ਆ ਜਾਵੇਗੀ। ਉਹ ਵੈਗਾਨੀਆਂ ਧੁੱਪਾਂ ਦੇ ਦੁੱਖ ਸਹਿ ਸਹਿ ਕੇ ਇੱਕ ਦਿਨ ਮੁੜ ਘਰ ਆਵੇਗਾ। ਉਹਨੂੰ ਅਨੁਭਵ ਹੋਊਗਾ ਜਿਵੇਂ ਉਸ ਨੂੰ ਉਸਦੀ ਮਾਂ, ਠੰਡੀ ਮਾਂ ਨੇ ਆਵਾਜ਼ ਮਾਰੀ ਹੈ। ਤਾਂ ਕਵੀ ਦਾ ਭਾਵ ਕੀ, ਆਪਣੀ ਮਾਂ ਬੋਲੀ ਤੋਂ ਇਨਕਾਰ ਕਰਨ ਵਾਲਾ ਪਛਤਾਉਂਦਾ ਹੈ, ਠੀਕ ਹੈ, ਤੇ ਉਸ ਨੂੰ ਮੁੜ ਮਾਂ ਬੋਲੀ ਦੀ ਸ਼ਰਨ ਦੇ ਵਿੱਚ ਆਉਣਾ ਪੈਂਦਾ। ਬਾਕੀ ਇਹਦੇ ਵਿੱਚੋਂ ਹੀ ਫਿਰ ਤੁਸੀਂ ਜਿਹੜੇ ਕਿ ਇਹਦਾ ਜਦੋਂ ਸਾਰ ਪੜ੍ਹ ਲਿਆ ਤਾਂ ਤੁਹਾਨੂੰ ਜਿਹੜੀ ਮਰਜ਼ੀ ਇਸ ਕਵਿਤਾ ਦੇ ਵਿੱਚ ਉਦੋਂ ਵਾਰਿਸ ਸ਼ਾਹ ਨੂੰ ਵੰਡਿਆ ਸੀ, ਠੀਕ ਹੈ, ਵਿਆਖਿਆ ਵੇਲੇ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਲਾਈਨਾਂ, ਠੀਕ ਹੈ। ਹਾਂਜੀ, ਉਦੋਂ ਵਾਰਿਸ ਸ਼ਾਹ ਨੂੰ ਵੰਡਿਆ ਸੀ, ਇਸ ਕਿਸ ਸਮੇਂ ਵੱਲ ਸੰਕੇਤ ਕਰਦੇ 1947 ਦੀ ਦੇਸ਼ ਵੰਡ ਦੇ ਨਾਲ, ਠੀਕ ਹੈ। ਹਾਂਜੀ, ਆਸਮਾਨ ਜਿੱਦਾਂ ਲਈ ਥਾਲ ਜਿਹਾ, ਇਹ ਇੱਥੇ ਕਵੀ ਕਿਸ ਦਾ ਜ਼ਿਕਰ ਕਰ ਰਹੇ ਨੇ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ, ਠੀਕ ਹੈ। ਹਾਂਜੀ, ਕਵਿਤਾ ਕੀ ਸੇਧ ਦਿੰਦੀ ਹੈ, ਫਿਰਕੂ ਏਕਤਾ, ਧਰਮ ਨਿਰਪੱਖਵਾਦ, ਠੀਕ ਹੈ। ਅੱਗੇ ਸ਼ਾਰਟ ਕੁਐਸਚਨਸ ਇਹਨਾਂ ਦੇ। ਪਿਆਰਾ ਕਵਿਤਾ ਦੇ ਵਿੱਚੋਂ ਜਿਵੇਂ ਪਿਆਰਾ ਮੁੰਡਾ ਕਿਹੋ ਜਿਹਾ ਸੀ, ਠੀਕ ਹੈ। ਪਿਆਰਾ ਜਦੋਂ ਕਵੀ ਕੋਲ ਪੜ੍ਹਦਾ ਸੀ ਤਾਂ ਉਹ ਅਜੇ ਜਵਾਨ ਹੀ ਹੋ ਰਿਹਾ ਸੀ, ਹੌਲੀ ਹੌਲੀ ਇੱਕ ਪ੍ਰਸਿੱਧ ਗਾਇਕ ਬਣ ਗਿਆ, ਠੀਕ ਹੈ। ਇਹ ਸ਼ਾਰਟ ਕੁਐਸਚਨਸ ਪੜ੍ਹ ਲੈਣੇ ਨੇ ਕਿਹਦੀ ਇਹ, ਠੀਕ ਹੈ। ਪਿਆਰਾ ਕਵਿਤਾ ਸੁਰਜੀਤ ਪਾਤਰ ਦੇ ਕਵਿਤਾਵਾਂ ਕਿਹੜੇ ਤੁਹਾਡੇ ਕਾਵਿ ਸਮੇਲ ਪੁਸਤਕ ਦੇ ਵਿੱਚ ਦਰਜ ਨੇ। ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਉਦੋਂ ਵਾਰਿਸ ਸ਼ਾਹ ਨੂੰ ਵੰਡਿਆ ਸੀ, ਹੁਣ ਸ਼ਿਵ ਦੀ ਵਾਰੀ ਹੈ। ਇਹ ਜੋ ਸਾਜ, ਠੀਕ ਹੈ, ਪਿਆਰਾ ਕਵਿਤਾ। ਅਗਲਾ ਹੈ ਜਗਤਾਰ, ਇਹਦੀ ਕਵਿਤਾ ਹੈ ਹਰ ਮੋੜ ਤੇ ਸਲੀਬਾ। ਹਾਂਜੀ, ਹਰ ਮੋੜ ਤੇ ਸਲੀਬਾ, ਇਹ ਵੀ ਗਜ਼ਲ ਹੈ। ਹਰ ਮੋੜ ਤੇ ਸਲੀਬਾ, ਹਰ ਪੈਰ ਤੇ ਹਨੇਰਾ, ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ, ਠੀਕ ਹੈ। ਜੇਰਾ ਭਾਵ ਕਿ ਜਿਗਰਾ, ਠੀਕ ਹੈ। ਪੱਥਰ ਤੇ ਨਕਸ਼ ਹਾਂ, ਮਿੱਟੀ ਤੇ ਤਾਂ ਨਹੀਂ ਹਾਂ, ਜਿਨ੍ਹਾਂ ਕਿਸੇ ਮਟਾਇਆ ਹੁੰਦਾ ਗਿਆ ਨਘੇਰਾ, ਕਿੰਨੀ ਕੁ ਦੇਰ ਆਖਰ ਧਰਤੀ ਹਨੇਰ ਜਰਦੀ, ਕਿੰਨੀ ਕੁ ਦੇਰ ਰਹਿੰਦਾ ਖਾਮੋਸ਼ ਖੂਨ ਮੇਰਾ। ਹਾਂਜੀ, ਇਹ ਕਾਵਿ ਟੋਟਾ ਜਿਹੜੇ ਕਿ ਕਵੀ ਜਗਤਾਰ ਦੀ ਲਿਖੀ ਹੋਈ ਗਜ਼ਲ ਆ, ਜਿਹੜੇ ਕਿ ਹਰ ਮੋੜ ਤੇ ਸਲੀਬਾ ਦੇ ਵਿੱਚੋਂ ਲਿਆ ਗਿਆ। ਇਸ ਦੇ ਵਿੱਚ ਜਿਹੜੇ ਕਿ ਇਨਕਲਾਬੀ ਭਾਵਾਂ ਨਾਲ ਭਰੀ ਹੋਈ ਇਹ ਗਜ਼ਲ ਹੈ, ਠੀਕ ਹੈ। ਤੇ ਇਹ ਕ੍ਰਾਂਤੀ ਨੂੰ ਸੰਬੋਧਿਤ ਕਵਿਤਾ ਹੈ, ਗਜ਼ਲ ਹੈ, ਠੀਕ ਹੈ। ਤਾਂ ਹਰ ਮੋੜ ਤੇ ਸਲੀਬਾ, ਹਰ ਪੈਰ ਤੇ ਹਨੇਰਾ, ਤਾਂ ਇਹਦੇ ਵਿੱਚ ਕਵੀ ਕਹਿੰਦਾ ਕਿ ਇਹ ਕ੍ਰਾਂਤੀ ਤੇਰੀ ਪ੍ਰਾਪਤੀ ਦੇ ਲਈ, ਠੀਕ ਹੈ, ਇਹ ਕ੍ਰਾਂਤੀ ਤੇਰੀ ਪ੍ਰਾਪਤੀ ਦੇ ਲਈ ਰਾਹ ਤੇ ਤੁਰਦਿਆਂ ਸਾਨੂੰ ਹਰ ਕਦਮ ਤੇ, ਠੀਕ ਹੈ, ਹਰ ਮੋੜ ਤੇ ਭਾਵ ਕਿ ਹਰ ਕਦਮ ਤੇ ਸੂਲੀਆਂ ਆਈਆਂ ਨੇ ਤੇ ਹਰ ਕਦਮ ਤੇ ਜ਼ਬਰ ਜ਼ੁਲਮ ਦੇ ਹਨੇਰੇ ਆਏ ਨੇ, ਪਰ ਸਾਡਾ ਹੌਸਲਾ ਦੇਖੋ, ਅਸੀਂ ਫਿਰ ਵੀ ਨਹੀਂ ਰੁਕੇ, ਠੀਕ ਹੈ, ਵੀ ਸਾਡਾ ਜ਼ਿਕਰਾ ਦੇਖੋ, ਅਸੀਂ ਫਿਰ ਵੀ ਨਹੀਂ ਰੁਕੇ। ਪੱਥਰ ਤੇ ਨਕਸ਼ ਹਾਂ, ਮਿੱਟੀ ਤੇ ਤਾਂ ਨਹੀਂ, ਜਿੰਨਾ ਕਿਸੇ ਮਟਾਇਆ ਹੁੰਦਾ ਗੇ ਨਗਾਰਾ। ਕਵੀ ਕਹਿੰਦਾ ਕਿ ਇਹ ਕ੍ਰਾਂਤੀ, ਮੈਂ ਤਾਂ ਪੱਥਰ ਉੱਤੇ ਉਕਰਿਆ ਹੋਇਆ ਨਕਸ਼ਾ, ਵੀ ਜਿਹੜਾ ਪੱਥਰ ਤੇ ਲਿਖਦੀ ਆਪਾਂ ਕੋਈ ਚੀਜ਼ ਤਾਂ ਨਹੀਂ ਮਿਟਦੀ, ਠੀਕ ਹੈ, ਵੀ ਉਵੇਂ ਉਹਦੇ ਵਿੱਚ ਉਗੜਦੀ ਹੈ ਜੇ, ਠੀਕ ਹੈ। ਪੱਥਰ ਦੇ ਵਿੱਚ ਕੋਈ ਚੀਜ਼ ਉਗੜੀ ਜਾਵੇ ਉਹ ਨਹੀਂ ਮਿਟਦਾ ਹੁੰਦਾ, ਵੀ ਉਸ ਤਰੀਕੇ ਨਾਲ ਅਸੀਂ ਜਿਹੜੇ ਕਿ ਉਕਰੇ ਹੋਏ ਨਕਸ਼ਾਂ ਤੇ ਰੇਤ ਉੱਤੇ ਨਹੀਂ, ਵੀ ਰੇਤ ਤੇ ਨਹੀਂ ਹੈਗਾ ਵੀ ਵਿੱਚ ਰੇਤ ਦੇ ਵਿੱਚ ਆਪਾਂ ਲਿਖ ਦਾਂਗੇ ਤਾਂ ਉਹ ਤਾਂ ਮਿੰਟ 'ਚ ਮਿਟ ਜੂਗਾ। ਬਟ ਜੇ ਪੱਥਰ ਦੇ ਵਿੱਚ ਆਪਾਂ ਗਿੱਲੇ ਪੱਥਰ ਦੇ ਵਿੱਚ ਕੁਝ ਲਿਖ ਦਾਂਗੇ, ਜਦੋਂ ਉਹ ਗਿੱਲਾ ਹੋਊਗਾ ਤਾਂ ਉਹ ਤੋਂ ਬਾਅਦ ਉਹ ਸੁੱਕ ਜੂਗਾ, ਉਹ ਮਿਟਦਾ ਨਹੀਂ ਹੈ, ਠੀਕ ਹੈ, ਵੀ ਅਸੀਂ ਉਵੇਂ ਆ, ਰੇਤ ਦੇ ਵਾਂਗ ਨਹੀਂ। ਮੈਨੂੰ ਜਿਉਂ ਕਿਸੇ ਨੇ ਮਿਟਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਨਕਸ਼ ਮੇਰਾ ਵਧੇਰੇ ਡੂੰਘਾ ਹੁੰਦਾ ਗਿਆ ਤੇ ਮੈਂ ਮਿਟਿਆ ਨਹੀਂ। ਕਿੰਨੀ ਕੁ ਦੇਰ ਆਖਰ ਧਰਤੀ ਹਨੇਰ ਜਰਦੀ, ਕਿੰਨੀ ਕੁ ਦੂਰ ਰਹਿੰਦਾ ਖਾਮੋਸ਼ ਖੂਨ ਮੇਰਾ।
ਤਾਂ ਆਖਰ ਧਰਤੀ ਦੇ ਲੋਕ ਕਿੰਨਾ ਕੁ ਚਿਰ ਜਿਹੜੇ ਕਿ ਚੁੱਪ ਕਰਕੇ ਵਧੀਕੀਆਂ ਸਹਿ ਸਕਦੇ, ਮੇਰਾ ਖੂਨ ਜ਼ਿਆਦਤੀਆਂ ਨੂੰ ਕਿੰਨਾ ਚਿਰ ਚੁੱਪ ਰਹਿ ਕੇ ਹੋਰ ਸਹਿ ਸਕਦਾ, ਅਰਥਾਤ ਮੈਂ ਬਹੁਤੀ ਦੇਰ ਜਿਹੜੇ ਕਿ ਵਧੀਕੀਆਂ ਨੂੰ ਬਰਦਾਸ਼ਤ ਨਹੀਂ ਸੀ ਕਰ ਸਕਦਾ, ਇਸ ਕਰਕੇ ਮੈਂ ਕ੍ਰਾਂਤੀਕਾਰੀ ਰਾਹ ਨੂੰ ਫੜ ਲਿਆ, ਇਹ ਰਾਹ ਚੁਣ ਲਿਆ। ਇਤਿਹਾਸ ਦੇ ਵਰਕ ਤੇ ਵਕਤ ਦੇ ਪਰਾਂ ਤੇ ਉਂਗਲਾਂ ਡਬੋ ਲਹੂ ਵਿੱਚ ਲਿਖਿਆ ਨਾਮ ਤੇਰਾ, ਹਰ ਅਕਾਲ ਕੋਠੜੀ ਵਿੱਚ ਤੇਰਾ ਹੈ ਜ਼ਿਕਰ ਏਦਾਂ, ਗਾਰਾਂ 'ਚ ਚਾਨਣੀ ਦਾ ਹੋਵੇ ਜਿਵੇਂ ਬਸੇਰਾ, ਆ ਕਿ ਯਾਦ ਤੇਰੀ ਜੰਗਲ ਗਮਾਂ ਦਾ ਚੀਰੇ, ਜੁਗਣੂ ਹੈ ਚੀਰ ਜਾਂਦਾ ਜਿਉਂ ਰਾਤ ਦਾ ਹਨੇਰਾ। ਤਾਂ ਕਵੀ ਕਹਿੰਦਾ ਕਿ ਅਸੀਂ ਕੁਰਬਾਨੀਆਂ ਕਰ ਕਰਕੇ ਇਤਿਹਾਸ ਦੇ ਸਫ਼ੇ ਉੱਤੇ ਅਤੇ ਸਮੇਂ ਦੇ ਖੰਭਾਂ ਉੱਤੇ ਆਪਣੇ ਖੂਨ ਦੇ ਵਿੱਚ ਉਂਗਲਾਂ ਡਬੋ ਕੇ ਤੇਰਾ ਨਾਂ ਲਿਖਿਆ ਕ੍ਰਾਂਤੀ, ਠੀਕ ਹੈ। ਅਰਥਾਤ ਕ੍ਰਾਂਤੀ ਦੀ ਪ੍ਰਾਪਤੀ ਕੁਰਬਾਨੀ ਦੇ ਪੁਤਲੇ ਇਨਕਲਾਬੀਆਂ ਦੇ ਲਹੂ ਦੇ ਨਾਲ ਹੋਈ ਹੈ। ਇਹ ਕ੍ਰਾਂਤੀ ਜੇਲ੍ਹਾਂ ਦੀ ਕਾਲ ਕੋਠੜੀਆਂ ਵਿੱਚ ਤੇਰਾ ਹੈ ਜ਼ਿਕਰ ਇਹਦਾ, ਵੀ ਜੇਲ੍ਹਾਂ ਦੀ ਕਾਲ ਕੋਠੜੀ ਦੇ ਵਿੱਚ ਜਿੱਥੇ ਇਨਕਲਾਬੀ ਜਿਹੜੇ ਕਿ ਕੈਦ ਭੁਗਤ ਰਹੇ ਨੇ, ਉਹ ਤੇਰੀਆਂ ਹੀ ਗੱਲਾਂ ਕਰਦੇ ਰਹਿੰਦੇ ਨੇ। ਉਹ ਚਾਹੁੰਦੇ ਨੇ ਕਿ ਗਰੀਬਾਂ ਦੇ ਝੁੱਗੀਆਂ ਦੇ ਵਿੱਚ ਵੀ ਚਾਨਣ ਦਾ ਵਸੇਰਾ ਹੋਵੇ, ਅਰਥਾਤ ਉਹ ਵੀ ਖੁਸ਼ਹਾਲ ਹੋਣ। ਆ ਕਿ ਜਾਤ ਤੇਰੀ ਜੰਗਲ ਗਮਾਂ ਦਾ ਚੀਰੇ, ਜੁਗਨੂ ਹੈ ਚੀਰ ਜਾਂਦਾ ਜੂ ਰਾਤ ਦਾ ਹਨੇਰਾ। ਕਿ ਕਹਿੰਦਾ ਵੀ ਦੁੱਖਾਂ ਤੇ ਤੰਗੀਆਂ ਦੇ ਵਿੱਚ ਇਨਕਲਾਬੀਆਂ ਨੂੰ ਤੇਰੀ ਯਾਦ ਆ ਕੇ ਉਹਨਾਂ ਦੇ ਗਮਾਂ ਦੇ ਜੰਗਲਾਂ ਨੂੰ ਇਸ ਤਰ੍ਹਾਂ ਚੀਰਦੀ ਹੈ ਜਿਵੇਂ ਜੁਗਨੂ ਰਾਤ ਦੇ ਹਨੇਰੇ ਨੂੰ ਆ ਕੇ ਜਿਹੜੇ ਕਿ ਖਤਮ ਕਰਦਾ, ਭਾਵ ਕਿ ਹਨੇਰੇ ਨੂੰ ਚੀਰਦਾ ਜੁਗਨੂ ਆ ਕੇ। ਅੱਗੇ ਹੈ ਪੈਰਾਂ 'ਚ ਵੇੜੀਆਂ ਨੇ ਨੱਚਦੇ ਲੋਕ ਫਿਰ ਵੀ ਕਿਉਂ ਵੇਖ ਉੱਡਦੇ ਚਿਹਰੇ ਦਾ ਰੰਗ ਤੇਰਾ, ਮੇਰੇ ਵੀ ਪੈਰ ਚੁੰਮ ਕੇ ਇੱਕ ਦਿਨ ਕਹੇਗੀ ਬੇੜੀ, ਸਦ ਸ਼ੁਕਰ ਹੈ ਆਇਆ ਮਹਿਬੂਬ ਅੰਤ ਮੇਰਾ। ਤਾਂ ਕਵੀ ਬੇੜੀਆਂ ਦੇ ਵਿੱਚ ਜਕੜੇ ਹੋਏ ਨੇ ਤਾਂ ਉਹ ਪਰੰਤੂ ਫਿਰ ਵੀ ਨੱਚ ਰਹੇ ਨੇ, ਉਹਨਾਂ ਦੇ ਮਨਾਂ ਦੇ ਵਿੱਚ ਜਰਾ ਵੀ ਉਦਾਸੀ ਨਹੀਂ ਹੈਗੀ। ਇਹ ਕਮਜ਼ੋਰ ਦਿਲ ਵਾਲੇ ਵਿਅਕਤੀ, ਉਹਨਾਂ ਦੀ ਹਾਲਤ ਦੇਖ ਕੇ ਤੇਰੇ ਚਿਹਰੇ ਦਾ ਕਿਉਂ ਰੰਗ ਉੱਡ ਰਿਹਾ। ਤੇ ਇਹ ਕ੍ਰਾਂਤੀ ਮੈਂ ਤੇਰੇ ਜਿਹੜੇ ਕਿ ਰਾਹ ਤੇ ਚੱਲ ਰਿਹਾ, ਇੱਕ ਦਿਨ ਮੇਰੇ ਪੈਰਾਂ ਨੂੰ ਵੀ ਜਿਹੜੇ ਕਿ ਪੁਲਿਸ ਦੀ ਬੇੜੀ ਚੁੰਮੇਗੀ ਤੇ ਕਹੇਗੀ ਪਰਮਾਤਮਾ ਦਾ ਬੜਾ ਸ਼ੁਕਰ ਹੈ ਅੰਤ ਮੇਰਾ ਮਹਿਬੂਬ ਮੇਰੇ ਕੋਲ ਆ ਗਿਆ। ਹਾਂਜੀ, ਤੇ ਇਹ ਕਵਿਤਾ ਕਿਸ ਦੀ ਹੈ? ਜਗਤਾਰ ਦੀ, ਠੀਕ ਹੈ। ਕਵੀ ਆਪਣੇ ਪੈਰਾਂ ਨੂੰ ਕਿਸ ਦਾ ਮਹਿਬੂਬ ਬਣਿਆ ਦੇਖਣਾ ਚਾਹੁੰਦਾ, ਪੈਰਾਂ ਦੇ ਵਿੱਚ ਪਈ ਬੇੜੀ ਦਾ। ਅੱਗੇ ਜਿਉਂਦਾ ਜੇ ਹਰ ਪਲ ਮੌਤ ਕਰੀਬ ਰਹੀ, ਤਾਂ ਤੁਸੀਂ ਇਹਦਾ ਵੀ ਜਿਹੜੇ ਕਿ ਇਹ ਯਾਦ ਕਰ ਸਕਦੇ ਹੋ ਕੇਂਦਰੀ ਭਾਵੇਂ, ਠੀਕ ਹੈ। ਇਹਦੇ ਵਿੱਚ ਤੁਸੀਂ ਐਡ ਕਰ ਦੇਣਾ ਅਗਰ ਕੋਈ ਤੁਹਾਨੂੰ ਕੁਐਸਚਨ ਆਉਂਦਾ ਕੋਈ। ਕਤਲਗਾਹ ਵਿੱਚ ਫੁੱਲਾਂ ਦੀ ਰੁੱਤ ਕਿਹਨਾਂ ਦੇ ਕਰੀਬ ਰਹਿੰਦੀ ਹੈ? ਜੋ ਕੁਰਬਾਨੀ ਕਰਨ ਤੋਂ ਨਹੀਂ ਘਬਰਾਉਂਦੇ। ਤੇ ਅੱਗੇ ਜਿਵੇਂ ਕਵਿਤਾ ਹੈ ਤੇਰਾ ਮਿਲਣਾ ਹਵਾ ਜਿਹਾ ਲੱਗਦਾ, ਇਹਦੇ ਵਿੱਚ ਵੀ ਤੁਹਾਨੂੰ ਸਿੰਪਲ ਪਹਿਚਾਣ ਆ ਜਾਣੀ ਹੈ ਜੇ ਕਵਿਤਾ ਆਉਂਦੀ ਆ ਤੇਰਾ ਮਿਲਣਾ ਹਵਾ ਜਿਹਾ ਲੱਗਦਾ। ਤੁਸੀਂ ਇਹਦੇ ਵਿੱਚ ਵੀ ਜਿਹੜੇ ਕਿ ਸਾਰ ਐਡ ਕਰ ਸਕਦੇ ਹੋ। ਝਲਕ ਜਿਸ ਵਿੱਚ ਹੈ ਤੇਰੀ ਦਿਸਦੀ, ਠੀਕ ਹੈ, ਇੱਥੋਂ ਤੁਹਾਨੂੰ ਪਤਾ ਲੱਗ ਜਾਣਾ, ਠੀਕ ਹੈ। ਤਾਂ ਇਹਦੇ ਵਿੱਚ ਤੁਸੀਂ ਜਿਹੜੇ ਕਿ ਇਹ ਹੀ ਐਡ ਕਰ ਦੇਣਾ, ਠੀਕ ਹੈ। ਗਜ਼ਲ ਹੈ ਇਹ, ਰੋਮਾਂਟਿਕ ਗਜ਼ਲ। ਤਾਂ ਅੱਗੇ ਆਪਾਂ ਸ਼ਾਰਟ ਕੁਐਸਚਨਸ ਦੇਖਦੇ ਹਾਂ ਇਹਦੇ। ਹਾਂਜੀ, ਪਹਿਲਾਂ ਤਾਂ ਜਗਤਾਰ ਦੇ ਜਿਹੜੇ ਕਿ ਕਿਹੜੇ ਗਜ਼ਲਾਂ ਕਵਿਤਾਵਾਂ ਦੇ ਨਾਂ ਨੇ। ਹਰ ਮੋੜ ਤੇ ਸਲੀਬਾ, ਠੀਕ ਹੈ। ਜਿਉਂਦੇ ਜੀ ਜੇ ਹਰ ਪਲ ਮੌਤ ਕਰੀਬ ਰਹੀ, ਮੈਂ ਆਪਣੇ ਜਿਸਮ ਤੇ ਤੇਰਾ ਮਿਲਣਾ ਹਵਾ ਜਿਹਾ ਲੱਗਦਾ। ਅੱਗੇ ਹੈ ਪਾਲ ਕੌਰ, ਠੀਕ ਹੈ। ਆਦਮੀ ਦੇ ਸ਼ੀਸ਼ਾ, ਇਹਦੇ ਵਿੱਚੋਂ ਵੀ ਜਿਵੇਂ ਲਾਲਚੀ ਕੁੱਤੇ ਦਾ ਪਾਣੀ, ਠੀਕ ਹੈ। ਇੱਥੋਂ ਤੁਹਾਨੂੰ ਆਈਡੀਆ ਹੋ ਜਾਣਾ ਸ਼ੀਸ਼ੇ ਵਰਡ ਦੇ ਵਿੱਚੋਂ ਵੀ, ਠੀਕ ਹੈ। ਇਹ ਕਵਿਤਾ ਆਦਮੀ ਦੇ ਸ਼ੀਸ਼ਾ, ਇਹਦਾ ਵੀ ਤੁਸੀਂ ਸਾਰੇ ਯਾਦ ਕਰ ਲਓ, ਠੀਕ ਹੈ। ਅਗਰ ਇਹਦੇ ਵਿੱਚੋਂ ਆਉਂਦੇ ਤੁਸੀਂ ਉਹ ਐਡ ਕਰ ਸਕਦੇ ਹੋ। ਦੇਖੋ ਆਦਮੀ ਤੇ ਸ਼ੀਸ਼ਾ, ਠੀਕ ਹੈ। ਜਿਹੜੇ ਸੇਮ ਮੈਚ ਹੋ ਰਹੇ ਨੇ ਉਸ 'ਚ ਮੈਂ ਤੁਹਾਨੂੰ ਇਹੀ ਕਹਿ ਰਹੀ ਹਾਂ ਕਿ ਤੁਸੀਂ ਸਾਰੇ ਯਾਦ ਕਰ ਲਓ। ਜਿਹੜੇ ਥੋੜ੍ਹੇ ਡਿਫਰੈਂਟ ਨੇ ਉਹਨਾਂ ਦਾ ਆਪਾਂ ਕਰ ਰਹੇ ਹਾਂ, ਠੀਕ ਹੈ। ਪ੍ਰਸੰਗ ਸਹਿਤ ਵਿਆਖਿਆ। ਆਦਮੀ ਦੇ ਸ਼ੀਸ਼ਾ ਕਵਿਤਾ ਦੀ ਸੁਰ ਕਿਹੋ ਜਿਹੀ ਆ? ਵਿਅੰਗਾਤਮਕ, ਠੀਕ ਹੈ। ਬਾਕੀ ਜਿਹੜੇ ਕਿ ਸ਼ਾਰਟ ਕੁਐਸਚਨਸ ਵੀ ਤੁਹਾਡੇ ਜਦੋਂ ਕਵਿਤਾ ਦਾ ਤੁਸੀਂ ਸਾਰ ਵਾਲਾ ਕਰ ਲਿਆ ਟੌਪਿਕ ਤਾਂ ਉਹਦੇ ਵਿੱਚੋਂ ਕਵਰ ਹੋ ਜਾਣੇ ਨੇ। ਉਹ ਆਪਾਂ ਆਲਰੇਡੀ ਵੀਡੀਓ ਅਪਲੋਡ ਕੀਤੀ ਹੋਈ ਦੇਖ ਸਕਦੇ ਹੋ ਤੁਸੀਂ। ਹਾਂਜੀ, ਬਚਪਨ, ਇਹਦੇ ਵਿੱਚੋਂ ਵੀ ਬਚਪਨ ਵਰਡ ਤੋਂ ਤੁਹਾਨੂੰ ਪਤਾ ਲੱਗ ਜੂਗਾ ਕਿ ਬਚਪਨ ਕਵਿਤਾ, ਠੀਕ ਹੈ। ਦੇਖੋ ਬਚਪਨ, ਇਹਦੇ ਵਿੱਚੋਂ ਜੰਮਣ ਵੇਲੇ ਇਹਨਾਂ ਤੋਂ ਪਤਾ ਲੱਗ ਜੂਗਾ ਤੁਹਾਨੂੰ ਕਿ ਇਹ, ਠੀਕ ਹੈ, ਬਚਪਨ ਕਵਿਤਾ ਦੇ ਵਿੱਚੋਂ ਆ। ਤਾਂ ਇਹਦੇ 'ਚ ਵੀ ਸਾਰੀ ਉਮਰ, ਖਿਡੌਣੇ ਵਗੈਰਾ, ਠੀਕ ਹੈ, ਇਹ ਵਰਡ ਇਹ ਬਚਪਨ ਦੇ ਨਾਲ ਸੰਬੰਧਿਤ ਨੇ ਸਾਰੇ। ਟੁੱਟਦੇ ਬਿਖਰਦੇ, ਠੀਕ ਹੈ। ਉੱਠਦੇ, ਰੋਜ਼ ਸੱਟਾ ਖਾਂਦੇ, ਠੀਕ ਹੈ। ਇਹ ਬਚਪਨ ਕਵਿਤਾ ਦੇ ਵਿੱਚੋਂ ਤੁਸੀਂ ਇਹਦੇ ਵਿੱਚ ਵੀ ਇਹੀ ਯਾਦ ਕਰ ਲੈਣਾ, ਠੀਕ ਹੈ। ਖੇਡਦੇ, ਇਹ ਸਾਰੇ ਵਰਡ ਬਚਪਨ ਨਾਲ ਸੰਬੰਧਿਤ ਨੇ। ਤਾਂ ਇਹਦੇ ਵਿੱਚ ਵੀ ਤੁਸੀਂ ਜਿਹੜੇ ਕਿ ਬਚਪਨ ਕਵਿਤਾ ਦਾ ਜਿਹੜੇ ਕਿ ਸਾਰ ਇਹੀ ਯਾਦ ਕਰ ਲਓ, ਠੀਕ ਹੈ। ਵਿਸ਼ਾ ਵਸਤੂ ਇਹਦੇ ਵਿੱਚੋਂ ਲਾਈਨਾਂ ਐਡ ਹੋ ਜਾਣਗੀਆਂ। ਐਵੇਂ ਜਿਹੜਾ ਖਜ਼ਾਨਾ ਕਵਿਤਾ, ਉਹਦੇ ਵਿੱਚ ਵੀ ਖਜ਼ਾਨਾ ਵਰਡ, ਠੀਕ ਹੈ। ਖਜ਼ਾਨਾ ਵਰਡ ਹੈ। ਇਸ ਤੋਂ ਇਲਾਵਾ ਇਹਦੇ ਵਿੱਚ ਅੱਖਰ ਖਜ਼ਾਨਾ, ਠੀਕ ਹੈ। ਅੱਖਰ ਖਜ਼ਾਨਾ,
वर्ड ने ते इस दे विच चुन्नी, ठीक है, चुन्नी अखर खजाना गुड्डी, ठीक है, ਇਹ ਤੋਂ ਤੁਹਾਨੂੰ पता लग जाना कि यह खजाना कविता ਦੇ ਵਿੱਚੋਂ लिया गया, ठीक है। इस दे विच भी तुसी देखो गुड्डी चुन्नी, ठीक है, गुड्डी चुन्नी खजाना अखर, इन्हां ਤੋਂ पता लग जाऊगा कि ਇਹ वाली कविता, ਤਾਂ ਇਹਦਾ ਵੀ ਤੁਸੀਂ ਜਿਹੜੇ ਕਿ ਸਾਰ ਯਾਦ ਕਰ ਸਕਦੇ ਹੋ, ठीक है। हाँ जी अगे ठीक है, इस तो बाद लास्ट शॉर्ट क्वेश्चनस देखते हैं आप। ये चोरी जारी, ठीक है, ये भी जारी वर्ड लिखा हुआ है, ये इस तो बाद राधा, ठीक है, रुकमणी, राधा रुकमणी, इतों तुहानूं पता लग जाना ये कि यह इस कविता के विचों रुकमणी वर्ड हैगा, देखो सारे तो कृष्ण रुकमणी राधा, ठीक है, रुकमणी वर्ड आया होया, ये भी आया होया, सारे किते आया, तो यह जी कि चोरी जारी कविता के विचों लिखा होया, ठीक है, ये पढ़ लेना, ठीक है, ਇਹਦਾ ਸਾਰ पढ़ लेना, सारे ही क्वेश्चन कवर हो जाते हैं। बाकी ग्रामर पार्ट ਨੂੰ ਜ਼ਰੂਰ ਵੀਡੀਓਜ਼ ਨੂੰ वॉच करो, ठीक है, अपलोड कीतियां होईयां ने। ਹੁਣ ਅੱਗੇ शॉर्ट क्वेश्चनस, ठीक है, औरत सब तो पहला किहड़े राह उत्ते तुरन दा फैसला करदी है, रुकमणी अर्थात मर्द की पत्नी बन के रहन दे राह उत्ते, ठीक है। ਅੱਗੇ ਕਾਵਿ ਸੰਮੇਲਨ ਦੇ ਵਿੱਚ ਦਰਪਾਲ ਕੌਰ ਦੇ ਕਿਹੜੇ ਕਵਿਤਾਵਾਂ ਨੇ, ਆਦਮੀ ਤੇ ਸ਼ੀਸ਼ਾ, ਬਚਪਨ, ਖਜ਼ਾਨਾ, ਚੋਰੀ ਜਾਰੀ, ਠੀਕ ਹੈ। ਥੈਂਕਸ।